10th ਕਲਾਸ ਕੱਲ ਮੈਂ ਤੁਹਾਨੂੰ ਇੱਕ ਛੋਟੀ ਵੀਡੀਓ ਹੀ ਭੇਜੀ ਸੀ ਜਿਹਦੇ 'ਚ ਮੈਂ ਤੁਹਾਨੂੰ ਵੈਜੀਟੇਟਿਵ ਪ੍ਰੋਪੇਗੇਸ਼ਨ ਦੇ ਨੈਚੁਰਲ ਮੈਥਡਸ ਜਿਹੜੇ ਆ ਉਹ ਕਰਵਾਏ ਸੀ ਹੈ ਨਾ। ਸੋ ਇੱਕ ਤਾਂ ਮੈਨੂੰ ਇਹ ਸਮਝ ਨਹੀਂ ਆ ਰਹੀ ਹੈ ਨਾ, ਸਾਰੇ ਬੱਚਿਆਂ ਨੂੰ ਆਪਾਂ ਇਹੀ ਫੋਟੋ ਖਿੱਚ ਕੇ ਭੇਜਦੇ ਹਾਂ। ਚਲੋ ਕਿਸੇ ਪੇਜ ਦੇ ਉੱਤੇ ਪ੍ਰੋਬਲਮ ਹੋ ਵੀ ਸਕਦੀ ਆ, ਉਹ ਬਲਰਡ ਹੋ ਸਕਦਾ, ਕਲੀਅਰ ਨਹੀਂ ਹੋ ਸਕਦਾ, ਜਿਵੇਂ ਕਿ ਕੁਐਸਚਨ ਨੰਬਰ 6 ਸੀਗਾ ਚੈਪਟਰ ਨੰਬਰ 15 ਦਾ ਹੈ ਨਾ। ਪਰ ਬੱਚੇ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਸਾਰੇ ਹੀ ਪੇਜਿਸ ਜਿਹੜੇ ਹੈਗੇ ਉਹ ਕਲੀਅਰ ਨਜ਼ਰ ਨਹੀਂ ਆ ਰਹੇ। ਇਸ ਕਰਕੇ ਜੇਕਰ ਤੁਹਾਨੂੰ ਉਹ ਸਾਰੇ ਪੇਜ ਕਲੀਅਰ ਨਜ਼ਰ ਨਹੀਂ ਆ ਰਹੇ, ਇਹਦਾ ਮਤਲਬ ਤੁਹਾਡੇ ਫ਼ੋਨ 'ਚ ਪ੍ਰੋਬਲਮ ਹੋ ਸਕਦੀ ਹੈ। ਤਾਂ ਇਹ ਚੀਜ਼ ਤੁਸੀਂ ਆਪਣੇ ਫਰੈਂਡਸ ਕੋਲੋਂ ਫਿਰ ਕੁਐਸਚਨ ਪੁੱਛ ਸਕਦੇ ਹੋ ਹੈ ਨਾ। ਦੂਸਰੀ ਗੱਲ, ਮੈਨੂੰ ਨਹੀਂ ਸਮਝ ਆਉਂਦੀ ਕਿ ਵੀ ਵੀਡੀਓ ਦੇਖੀਆਂ ਨਹੀਂ ਹੁੰਦੀਆਂ ਜਾਂ ਕੰਮ ਦਾ ਪਤਾ ਨਹੀਂ ਹੁੰਦਾ ਹੈ ਨਾ। ਫਿਰ ਮੈਨੂੰ ਦਵਿੰਦਰ ਜੋ ਹੈ ਉਹ ਮੈਨੂੰ ਬੈਕ ਫੋਟੋ ਖਿੱਚ ਕੇ ਭੇਜੀ ਜਾ ਰਹੀ ਹੈ। ਆਹ ਮੈਡਮ ਜੀ ਇਹ ਮਾਰਕ ਕਰਕੇ ਜੀ ਆਹ ਕੁਐਸਚਨ ਨੰਬਰ 31 ਹੈਗਾ। ਉਹ ਤਾਂ ਮੈਨੂੰ ਵੀ ਪਤਾ ਹੈ ਕਿ ਇਹ ਜੋ ਮੈਂ ਵੈਜੀਟੇਟਿਵ ਪ੍ਰੋਪੇਗੇਸ਼ਨ ਵਾਲਾ ਤੁਹਾਨੂੰ ਕਰਵਾ ਰਹੀ ਹਾਂ ਇਹ ਕੁਐਸਚਨ ਨੰਬਰ 31 ਹੈ। ਅਤੇ ਪਰ ਕੀ ਮੈਂ ਕੁਐਸਚਨ ਜਿਹੜੇ ਹੈਗੇ ਆ ਤੁਹਾਨੂੰ ਉਹ ਚੈਪਟਰ ਨੰਬਰ 8 ਦੇ ਭੇਜਦੀ ਪਈ ਹਾਂ? ਮੈਂ ਤਾਂ ਹਜੇ ਤੱਕ ਤੁਹਾਨੂੰ ਕੁਐਸਚਨ ਆਨਸਰ ਭੇਜਦੀ ਪਈ ਹਾਂ ਚੈਪਟਰ ਨੰਬਰ 6 ਦੇ ਹੈ ਨਾ। ਲਾਈਫ ਪ੍ਰੋਸੈਸਿਸ ਵਾਲਾ ਚੈਪਟਰ ਹੀ ਨਹੀਂ ਰਿਟਨ 'ਚ ਹਜੇ ਤੱਕ ਉਹਦੇ ਕੁਐਸਚਨ ਭੇਜ ਰਹੀ ਹਾਂ। ਇਹਦਾ ਵਿੱਚ ਪੁੱਛੀ ਜਾ ਰਹੀ ਹੈ ਮੈਡਮ 31 ਤਾਂ ਆ ਏ, ਅਤੇ ਮੈਂ ਤਾਂ 31 ਦੀਆਂ ਫੋਟੋਆਂ ਖਿੱਚ ਕੇ ਭੇਜੀਆਂ ਹੀ ਨਹੀਂ। ਮੈਂ ਤਾਂ ਇਹਦੀ ਵੀਡੀਓ ਬਣਾ ਕੇ ਭੇਜੀ ਹੈ। ਮੇਰਾ ਜੋ ਟੌਪਿਕ ਹੈ ਵੈਜੀਟੇਟਿਵ ਪ੍ਰੋਪੇਗੇਸ਼ਨ, ਮੈਂ ਉਹ ਕਰਵਾ ਰਹੀ ਹਾਂ। ਇਸ ਕਰਕੇ ਰਿਟਨ 'ਚ ਤਾਂ ਉਹੀ ਕਰਨਾ ਜਿਹੜੇ ਕੁਐਸਚਨ ਆਨਸਰ ਭੇਜੇ ਹੈ, ਅਤੇ ਕੁਐਸਚਨ ਆਨਸਰ ਮੈਂ ਭੇਜ ਰਹੀ ਹਾਂ ਚੈਪਟਰ ਨੰਬਰ 6 ਦੇ। ਸਾਡਾ ਜੋ ਚੱਲ ਰਿਹਾ ਹੈ ਚੈਪਟਰ ਨੰਬਰ 8 ਹੈ। ਉਮੀਦ ਹੈ ਕਿ ਹੁਣ ਕਨਫਿਊਜ਼ਨ ਦੂਰ ਹੋ ਗਈ ਹੋਏਗੀ। ਸੋ ਧਿਆਨ ਨਾਲ ਜੋ ਗਰੁੱਪ 'ਚ ਪਾਇਆ ਜਾਂਦਾ, ਜੋ ਪੜ੍ਹਾਇਆ ਜਾਂਦਾ ਉਹਨੂੰ ਸੁਣਿਆ ਕਰੋ, ਜੋ ਲਿਖਣ ਲਈ ਦਿੱਤਾ ਜਾਂਦਾ ਉਹਨੂੰ ਲਿਖਿਆ ਕਰੋ। ਚਲੋ ਕਿਤੇ ਪਿਕਚਰ ਬਲਰਡ ਹੋ ਵੀ ਸਕਦੀ ਹੈ, ਉਹ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ, ਪਰ ਬੱਚੇ ਫਿਰ ਉਹ ਸਾਰਿਆਂ ਲਈ ਹੁੰਦੀ ਹੈ, ਠੀਕ ਹੈ ਨਾ। ਸਾਰੇ ਪੇਜ ਜਿਹੜੇ ਆ ਬਲਰਡ ਨਹੀਂ ਹੋ ਸਕਦੇ। ਸੋ ਥੋੜ੍ਹਾ ਜਿਹਾ ਨੇੜੇ ਕਰਕੇ ਦੇਖਿਆ ਕਰੋ ਹੈ ਨਾ, ਥੋੜ੍ਹਾ ਕੈਮਰੇ ਨੂੰ ਪੇਜਿਸ ਨੂੰ ਨੇੜੇ ਕਰ ਲਿਆ ਕਰੋ ਸਕਰੀਨ ਤੋਂ, ਤਾਂ ਫਿਰ ਆ ਜਾਂਦਾ ਨਜ਼ਰ। ਓਕੇ, ਸੋ ਅਗਲਾ ਜੋ ਮੈਂ ਵੈਜੀਟੇਟਿਵ ਪ੍ਰੋਪੇਗੇਸ਼ਨ ਦੇ ਵਿੱਚ ਤੁਹਾਨੂੰ ਪੜ੍ਹਾਉਣ ਲੱਗੀ ਹਾਂ ਆਰਟੀਫਿਸ਼ਲ ਮੈਥਡ। ਜਿਨ੍ਹਾਂ ਨੇ ਤਾਂ ਕੱਲ੍ਹ ਦੀ ਵੀਡੀਓ ਸੁਣੀ ਉਹਨਾਂ ਨੂੰ ਤਾਂ ਪਤਾ ਹੈ, ਜਿਨ੍ਹਾਂ ਨੇ ਨਹੀਂ ਸੁਣੀ ਉਹਨਾਂ ਨੂੰ ਨਹੀਂ ਪਤਾ ਕਿ ਕੀ ਚੱਲ ਰਿਹਾ, ਨਾ ਹੀ ਪਤਾ ਲੱਗਣਾ ਹੈ। ਸੋ ਆਰਟੀਫਿਸ਼ਲ ਮੈਥਡ ਜਿਹੜਾ ਹੈਗਾ ਉਹਦੇ 'ਚ ਤੁਹਾਡੇ ਕੋਲ ਸਭ ਤੋਂ ਪਹਿਲਾ ਮੈਥਡ ਆ ਗਿਆ ਸੀ ਕਟਿੰਗ, ਫਿਰ ਗ੍ਰਾਫਟਿੰਗ, ਫਿਰ ਲੇਅਰਿੰਗ, ਇਸੇ ਤਰੀਕੇ ਦੇ ਨਾਲ ਟਿਸ਼ੂ ਕਲਚਰ ਜਾਂ ਫਿਰ ਮਾਈਕਰੋ ਪ੍ਰੋਪੇਗੇਸ਼ਨ ਇਹਦੇ ਵਿੱਚ ਆ ਜਾਂਦਾ ਹੈ ਨਾ। ਸੋ ਇਹ ਬਹੁਤ ਇੰਪੋਰਟੈਂਟ ਮੈਥਡ ਹੈ ਜਿਹਦੇ 'ਚ ਅਸੀਂ ਖੁਦ ਕਰਵਾਉਂਦੇ ਹਾਂ ਵੈਜੀਟੇਟਿਵ ਪ੍ਰੋਪੇਗੇਸ਼ਨ। ਸੋ ਕਟਿੰਗ ਮਤਲਬ ਬੱਚੇ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਕਿ ਸਭ ਤੋਂ ਇੰਪੋਰਟੈਂਟ ਹੈ ਰੋਜ਼ ਪਲਾਂਟ ਦੇ ਵਿੱਚ ਹੈ ਨਾ। ਰੋਜ਼ ਪਲਾਂਟ ਜਿਹੜੇ ਹੁੰਦੇ ਨਾ ਵਾਈਲਡ, ਖਾਸ ਕਰਕੇ ਤੁਸੀਂ ਉਹਨਾਂ ਦੀ ਸਟੈਮ ਦੀ ਕਟਿੰਗ ਲੈ ਕੇ ਇੱਕ ਰੋਜ਼ ਪਲਾਂਟ ਤੋਂ ਉਹਨੂੰ ਜ਼ਮੀਨ ਦੇ ਵਿੱਚ ਲਗਾ ਦਿਓ, ਦੇਖਿਓ ਪੂਰੇ ਦਾ ਪੂਰਾ ਉਸੇ ਤਰ੍ਹਾਂ ਦਾ ਰੋਜ਼ ਪਲਾਂਟ ਨਿਕਲ ਆਏਗਾ, ਪੂਰਾ ਸੇਮ ਉੱਦਾਂ ਦਾ ਹੀ ਹੈ ਨਾ। ਠੀਕ ਹੈ, ਸੋ ਕਟਿੰਗ ਜਿਹੜੀ ਹੈਗੀ ਆ ਉਹ ਸੈਪਰੇਟਡ ਪੋਰਸ਼ਨ ਹੋ ਸਕਦਾ ਹੈ, ਉਹ ਲੀਫ ਵੀ ਹੋ ਸਕਦਾ ਹੈ, ਰੂਟ ਵੀ ਹੋ ਸਕਦਾ ਅਤੇ ਸਟੈਮ ਵੀ ਹੋ ਸਕਦਾ। ਇਹ ਬਹੁਤ ਹੀ ਕੋਮਨ ਮੈਥਡ ਹੈਗਾ ਆਰਟੀਫਿਸ਼ਲ ਵੈਜੀਟੇਟਿਵ ਪ੍ਰੋਪੇਗੇਸ਼ਨ ਦਾ ਹੈ ਨਾ। ਆ ਗਏ ਨਾ ਸ਼ੂਗਰ ਕੇਨ, ਰੋਜ਼ ਹੈ ਨਾ। ਸੋ ਬਹੁਤ ਸਾਰੇ ਪਲਾਂਟਸ ਹੈ ਜਿਹੜੇ ਕਿ ਬੜੀ ਤੇਜ਼ੀ ਦੇ ਨਾਲ ਸਟੈਮ ਕਟਿੰਗ ਦੇ ਨਾਲ ਪ੍ਰੋਡਿਊਸ ਕੀਤੇ ਜਾ ਸਕਦੇ ਆ। ਕਟਿੰਗ ਨੂੰ ਕੀ ਕਰਨਾ ਹੈਗਾ, ਸੋਇਲ ਦੇ ਵਿੱਚ ਲਗਾ ਦੇਣਾ, ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਦੇ ਉੱਤੇ ਇਹ ਨੋਡ ਪੋਰਸ਼ਨ ਪ੍ਰੈਜੈਂਟ ਹੈਗੇ। ਕਟਿੰਗ ਦੇ ਉੱਤੇ ਵੀ ਕੀ ਹੋਣੀ ਚਾਹੀਦੀਆਂ, ਛੋਟੀਆਂ ਛੋਟੀਆਂ ਬਰਡਸ। ਨੋਡ ਪੋਰਸ਼ਨ ਦੱਸਿਆ ਸੀ ਨਾ, ਸ਼ੂਗਰ ਕੇਨ 'ਚ ਵੀ ਦੱਸਿਆ ਸੀਗਾ ਹੈ ਨਾ। ਠੀਕ ਹੈ, ਜਿੱਥੇ ਤੁਸੀਂ ਸਟੈਮ ਦੇ ਨਾਲ ਪੜ੍ਹੀ ਸੀ ਨੈਚੁਰਲ ਵੈਜੀਟੇਟਿਵ ਪ੍ਰੋਪੇਗੇਸ਼ਨ, ਇਸੇ ਤਰੀਕੇ ਦੇ ਨਾਲ ਸ਼ੂਗਰ ਕੇਨ ਦੇ ਵਿੱਚ ਦੇਖੋ ਤੁਸੀਂ ਆਰਟੀਫਿਸ਼ਲ ਵੈਜੀਟੇਟਿਵ ਪ੍ਰੋਪੇਗੇਸ਼ਨ ਵੀ ਕਰਵਾਈ ਜਾ ਸਕਦੀ ਹੈ ਕਟਿੰਗ ਦੇ ਨਾਲ। ਸੋ ਗੰਨੇ ਦਾ ਟੁਕੜਾ ਇੱਕ ਤੋੜ ਲੈਣਾ ਹੈਗਾ, ਪਰ ਉਹਦੇ ਨੋਡ ਪੋਰਸ਼ਨ ਦੇ ਉੱਤੇ ਬਰਡਸ ਹੋਣੀਆਂ ਚਾਹੀਦੀਆਂ, ਅਤੇ ਦੇਖੋ ਬਰਡਸ ਤੋਂ ਹੀ ਨਵਾਂ ਪਲਾਂਟ ਬਣ ਗਿਆ ਹੈਗਾ ਹੈ ਨਾ। ਸੋਇਲ ਦੇ ਵਿੱਚ ਲਗਾ ਦੇਣਾ ਇਹਨਾਂ। ਠੀਕ ਹੈ, ਪੇਰੈਂਟ ਪਲਾਂਟ ਦਾ ਲੋਅਰ ਪੋਰਸ਼ਨ ਜਿਹੜਾ ਹੈਗਾ ਸੋਇਲ 'ਚ ਲਗਾਉਣਾ, ਉੱਥੇ ਐਡਵੈਂਟੀਸ਼ੀਅਸ ਰੂਟਸ ਜਿਹੜੀਆਂ ਹੈਗੀਆਂ ਨੇ ਨਿਕਲ ਆਉਣਗੀਆਂ। ਗ੍ਰਾਫਟਿੰਗ ਬਹੁਤ ਹੀ ਇੰਪੋਰਟੈਂਟ ਅਤੇ ਕੋਮਨ ਮੈਥਡ ਹੈਗਾ। ਸੋ ਗ੍ਰਾਫਟਿੰਗ ਦੇ ਵਿੱਚ ਬੱਚੇ ਕੀ ਕੀਤਾ ਜਾਂਦਾ ਕਿ ਨਾ ਦੋ ਚੰਗੀ ਵਰਾਇਟੀ, ਮੰਨ ਲਓ ਤੁਸੀਂ ਮੈਂਗੋ ਪਲਾਂਟ ਬਣਾਉਣਾ ਚਾਹੁੰਦੇ ਹੋ, ਇੱਕ ਵਧੀਆ ਵਰਾਇਟੀ ਵਾਲੇ ਅੰਬ ਤੁਸੀਂ ਉਗਾਉਣਾ ਚਾਹੁੰਦੇ ਹੋ, ਤਾਂ ਨੈਚੁਰਲੀ ਤੁਸੀਂ ਜਿਹੜੇ 2 ਟੁਕੜੇ ਲਓਗੇ ਨਾ, ਠੀਕ ਹੈ ਨਾ, ਪਲਾਂਟਸ ਦੇ ਪਾਰਟਸ ਲਓਗੇ, ਤਾਂ ਨੈਚੁਰਲੀ ਤੁਸੀਂ 2 ਵਧੀਆ ਵਰਾਇਟੀ ਵਾਲੇ ਅੰਬਾਂ ਦੇ ਪਾਰਟਸ ਲਓਗੇ, ਤਾਂ ਹੀ ਉਹ ਮਿਲ ਕੇ ਇੱਕ ਵਧੀਆ ਪਲਾਂਟ ਬਣੇਗਾ ਹੈ ਨਾ। ਸੋ ਜਿਹੜਾ ਪੋਰਸ਼ਨ, ਜਿਸ ਪਲਾਂਟ ਪਾਰਟ ਦਾ ਪੋਰਸ਼ਨ ਜਿਹਦੇ 'ਤੇ ਰੂਟਸ ਹੋਣ, ਠੀਕ ਹੈ ਨਾ, ਉਹ ਜ਼ਮੀਨ 'ਚ ਲੱਗ ਜਾਏ, ਉਹਨੂੰ ਅਸੀਂ ਸਟਾਕ ਕਹਿੰਦੇ ਹਾਂ। ਅਤੇ ਉਹਦੇ ਉੱਤੇ ਜਿਹੜਾ ਤੁਸੀਂ ਸਟੈਮ ਵਾਲਾ ਪੋਰਸ਼ਨ ਲਗਾਉਣਾ ਹੈਗਾ ਉਹਨੂੰ ਅਸੀਂ ਸਕਾਇਓਨ ਕਹਿੰਦੇ ਹਾਂ। ਨੈਚੁਰਲੀ ਤੁਸੀਂ ਉਹ ਅੰਬ ਦੀ ਵਰਾਇਟੀਆਂ ਬੜੀਆਂ ਹੁੰਦੀਆਂ ਨੇ, ਬੜੀਆਂ ਸੁਣੀਆਂ ਹੋਣੀਆਂ, ਦਸ਼ਹਿਰੀ, ਲੰਗੜਾ, ਕੁੱਪੀ ਹੈ ਨਾ। ਅੰਬ ਦੀਆਂ ਬਹੁਤ ਸਾਰੀਆਂ ਵਰਾਇਟੀ, ਦੇਸੀ ਅੰਬ ਹੈ ਨਾ। ਠੀਕ ਹੈ, ਸੋ ਜੜ੍ਹਾਂ ਵਾਲਾ ਪੋਰਸ਼ਨ ਜਿਹੜਾ ਹੈਗਾ ਉਹਨੂੰ ਸਟਾਕ ਕਿਹਾ ਜਾਂਦਾ।
ਤੇ ਜਿਹੜਾ ਉੱਪਰ ਵਾਲਾ ਪੋਰਸ਼ਨ ਫਿੱਟ ਕਰਨਾ ਇਹਦੇ ਉੱਤੇ ਉਹਨੂੰ ਸਕਾਈ ਓਨ ਕਿਹਾ ਜਾਂਦਾ। ਨੈਚੁਰਲੀ ਜੜ੍ਹਾਂ ਵਾਲਾ ਪਾਰਟ ਉਹ ਲਓਗੇ, ਠੀਕ ਹੈ, ਜਿਹਦੀਆਂ ਰੂਟਸ ਬਹੁਤ ਵਧੀਆ ਹੋਣਗੀਆਂ, ਜਿਸ ਅੰਬ ਦੀਆਂ ਬਿਲਕੁਲ ਜ਼ਮੀਨ ਦੇ ਅੰਦਰ ਚਲੀਆਂ ਜਾਣਗੀਆਂ, ਵਾਟਰ ਤੇ ਮਿਨਰਲ ਦੀ ਐਬਜ਼ੋਰਪਸ਼ਨ ਕਰਨਗੀਆਂ, ਹੈ ਨਾ। ਸਕਾਈ ਓਨ ਵਾਲਾ ਪੋਰਸ਼ਨ ਉਸ ਮੈਂਗੋ ਦਾ ਲਓਗੇ ਜਿਹਨੂੰ ਫਰੂਟ ਬਹੁਤ ਅੱਛਾ ਲੱਗੇਗਾ, ਮਿੱਠਾ ਅੰਬ ਲੱਗਣਗੇ, ਜੂਸੀ ਅੰਬ ਲੱਗਣਗੇ, ਹੈ ਨਾ। ਸੋ ਗ੍ਰਾਫਟਿੰਗ ਜਿਹੜੀ ਹੈਗੀ ਪਰਫੋਰਮਡ ਕੀਤੀ ਜਾਂਦੀ ਬਿਟਵੀਨ ਦਾ ਟੂ ਪੇਰੈਂਟਸ ਆਫ ਕਲੋਜ਼ਲੀ ਰਿਲੇਟਡ ਵੈਰਾਈਟੀਜ਼, ਹੈ ਨਾ। ਨੈਚੁਰਲੀ ਕਲੋਜ਼ਲੀ ਰਿਲੇਟਡ ਹੋਣੀਆਂ। ਹੁਣ ਇਹ ਤਾਂ ਨਹੀਂ ਨਾ ਥੱਲੜਾ ਪੋਰਸ਼ਨ ਜਿਹੜਾ ਹੈਗਾ ਮੈਂਗੋ ਦਾ ਲੈ ਲਿਆ ਅਤੇ ਉੱਪਰ ਵਾਲਾ ਪੋਰਸ਼ਨ ਜਿਹੜਾ ਹੈਗਾ ਗੁਆਵਾ ਦਾ ਲੈ ਲਿਆ, ਅਮਰੂਦ ਦਾ ਲੈ ਲਿਆ, ਫਿਰ ਉਹ ਕਿਹੜਾ ਪਲਾਂਟ ਬਣੇਗਾ? ਨਾ ਉਹ ਅੰਬ ਬਣਨਾ, ਨਾ ਉਹ ਅਮਰੂਦ ਬਣਨਾ। ਤਾਂ ਨੈਚੁਰਲੀ ਦੋਨੋਂ ਪਾਰਟਸ ਜਿਹੜੇ ਹੈਗੇ ਆ, ਜਾਂ ਤਾਂ ਮੈਂਗੋ ਦੇ ਲਓਗੇ ਜਾਂ ਫਿਰ ਦੋਨੋਂ ਪਾਰਟ ਜਿਹੜੇ ਹੈਗੇ ਉਹ ਅਮਰੂਦ ਦੇ ਲਓਗੇ, ਹੈ ਨਾ। ਠੀਕ ਹੈ, ਸੋ ਆ ਗਈ ਨਾ ਗੱਲ। ਉਹ ਪਲਾਂਟ, ਠੀਕ ਹੈ, ਜਿਹਦੇ 'ਚੋਂ ਤੁਸੀਂ ਰੂਟ ਸਿਸਟਮ ਲੈਣਾ ਹੈਗਾ ਉਹਨੂੰ ਅਸੀਂ ਸਟੋਕ ਕਹਿੰਦੇ ਹਾਂ, ਅਤੇ ਦੂਸਰਾ, ਠੀਕ ਹੈ, ਜਿਹਦੇ ਕੋਲ ਤੁਸੀਂ ਸਟੈਮ ਸ਼ੂਟ ਸਿਸਟਮ ਲੈਣਾ ਹੈਗਾ ਉੱਪਰ ਵਾਲਾ ਪੋਰਸ਼ਨ, ਉਹਨੂੰ ਅਸੀਂ ਸਕਾਇਓਨ ਕਹਿੰਦੇ ਹਾਂ, ਹੈ ਨਾ। ਸਟੋਕ ਜਿਹੜਾ ਹੈਗਾ ਉਹਦੀਆਂ ਸਟਰੋਂਗ, ਮੈਂ ਪਹਿਲਾਂ ਹੀ ਦੱਸ ਦਿੱਤਾ, ਰੂਟ ਸਿਸਟਮ ਬੜਾ ਸਟਰੋਂਗ ਹੋਣਾ ਚਾਹੀਦਾ, ਹੈ ਨਾ। ਠੀਕ ਹੈ, ਸਕਾਇਓਨ ਜਿਹਦੇ ਕੋਲੋਂ ਲੈਣਾ ਹੈਗਾ ਜਿਸ ਪਲਾਂਟ ਕੋਲੋਂ, ਉਹਦੀ ਵੈਰਾਈਟੀ ਆਫ ਫਲਾਵਰ ਅਤੇ ਫਰੂਟ ਬਹੁਤ ਵਧੀਆ ਹੋਣੇ ਚਾਹੀਦੇ ਆ। ਇਸ ਮੈਥਡ ਦੇ ਵਿੱਚ ਕੀ ਹੈ, ਦੋਨੋਂ ਟੁਕੜਿਆਂ ਨੂੰ ਚੰਗੇ ਤਰੀਕੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ, ਟਾਈਟਲੀ, ਹੈ ਨਾ, ਰੈਪ ਕਰ ਦਿੱਤਾ ਜਾਂਦਾ ਹੈਗਾ, ਠੀਕ ਹੈ, ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਲਪੇਟ ਦਿੱਤਾ ਜਾਂਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਜੁੜ ਜਾਂਦੇ ਆ। ਅੱਗੇ ਤੁਹਾਡੇ ਕੋਲ ਆਰਟੀਫਿਸ਼ਲ ਮੈਥਡ ਆ ਗਿਆ ਬਡ ਗ੍ਰਾਫਟਿੰਗ, ਠੀਕ ਹੈ ਜੀ। ਠੀਕ, ਸੋ ਬਡ ਗ੍ਰਾਫਟਿੰਗ ਦੇ ਵਿੱਚ ਕੀ ਕੀਤਾ ਜਾਂਦਾ, ਹੈ ਨਾ। ਸੋ ਇਹ ਵੀ ਗ੍ਰਾਫਟਿੰਗ ਵਰਗਾ ਹੀ ਹੈ, ਪਰ ਇੱਥੇ ਕੀ ਹੈ ਕਿ ਜਿਹੜਾ ਪੋਰਸ਼ਨ ਹੈ ਨਾ, ਸਟੈਮ ਪੋਰਸ਼ਨ, ਸੋ ਉਹਦੇ ਅੰਦਰ ਕੀ ਕੀਤਾ ਜਾਂਦਾ ਹੈਗਾ, ਇੱਕ ਜਗ੍ਹਾ ਬਣਾ ਦਿੱਤੀ ਜਾਂਦੀ ਹੈ, ਟੀ ਸ਼ੇਪ ਸਟਰਕਚਰ ਕਹਿ ਲਓ ਕਿ ਬਣਾ ਦਿੱਤਾ ਜਾਂਦਾ ਦੂਸਰੇ ਪਲਾਂਟ ਦੇ ਵਿੱਚ ਹੁੰਦੀ, ਹੈ ਨਾ। ਸਕਾਇਓਨ ਪਲਾਂਟ ਜਿਹੜਾ ਪਾਰਟ ਲੈਣਾ ਤੁਸੀਂ ਸਕਾਇਓਨ ਦਾ, ਉਹਦੇ ਵਿੱਚੋਂ ਦੀ ਬੱਡ ਕੱਢ ਲਈ ਜਾਂਦੀ ਬਾਹਰ। ਉਹ ਬੱਡ ਜਿਹੜੀ ਹੈਗੀ ਹੈ ਤੁਸੀਂ ਸਟੋਕ ਦੇ ਵਿੱਚ ਜਿੱਥੇ ਖਾਲੀ ਜਗ੍ਹਾ ਬਣਾਈ ਹੈ ਨਾ, ਉੱਥੇ ਬੱਡ ਫਿੱਟ ਕਰ ਦਿੱਤੀ ਜਾਂਦੀ ਹੈ, ਉੱਤੋਂ ਦੇ ਇਹਨੂੰ ਚੰਗੀ ਤਰੀਕੇ ਨਾਲ ਲਪੇਟ ਦਿੱਤਾ ਜਾਂਦਾ ਹੈ। ਇਹ ਬੱਡ ਹੀ ਆਉਣ ਵਾਲੇ ਸਮੇਂ ਦੇ ਵਿੱਚ ਨਵਾਂ ਪਲਾਂਟ ਬਣ ਜਾਂਦੀ ਹੈ। ਇਨ ਦਿਸ ਮੈਥਡ ਅ ਬੱਡ ਵਿਦ ਸਮਾਲ ਪੋਰਸ਼ਨ ਆਫ ਸਰਾਊਂਡਿੰਗ ਬਾਰਕ, ਹੈ ਨਾ, ਉਹ ਰਿਮੂਵ ਕਰ ਲਈ ਜਾਂਦੀ ਹੈ ਕਿਸੇ ਵੀ ਡਿਜ਼ਾਇਰਡ ਪਲਾਂਟ ਦੇ ਸਟੈਮ ਦੇ ਵਿੱਚੋਂ ਦੀ। ਫਿਰ ਇਹਨੂੰ ਇੱਕ ਛੋਟੀ ਜਿਹੀ ਸਲਿੱਟ ਬਣਾ ਦਿੱਤੀ ਜਾਂਦੀ ਹੈ ਨਾ, ਸਟੋਕ ਦੇ ਅੰਦਰ, ਠੀਕ ਹੈ। ਸੋ ਉਹਦੇ ਅੰਦਰ ਫਿੱਟ ਕਰ ਦਿੱਤਾ ਜਾਂਦਾ, ਉੱਤੋਂ ਟਾਈਟਲੀ ਬੰਨ੍ਹ ਦਿੱਤਾ ਜਾਂਦਾ ਹੈ। ਥੋੜ੍ਹੇ ਸਮੇਂ ਬਾਅਦ ਹੀ ਨਵਾਂ ਪਲਾਂਟ ਨਿਕਲ ਆਉਂਦਾ। ਰੋਜ਼, ਪਲਮਸ ਦੇ ਵਿੱਚ ਇਸ ਤਰੀਕੇ ਦੇ ਨਾਲ ਬਡ ਗ੍ਰਾਫਟਿੰਗ ਹੁੰਦੀ ਹੈ। ਅੱਗੇ ਤੁਹਾਡੇ ਕੋਲ ਅਗਲਾ ਮੈਥਡ ਆ ਗਿਆ ਲੇਅਰਿੰਗ। ਇਸ ਮੈਥਡ ਦੇ ਵਿੱਚ ਕੀ ਕੀਤਾ ਜਾਂਦਾ, ਇਹ ਖਾਸ ਤੌਰ 'ਤੇ ਜਿਹੜੇ ਹਰੇ ਰੰਗ ਦੇ ਪੌਦੇ ਆ ਨਾ, ਹੈ ਨਾ, ਉਹਨਾਂ ਦੇ ਵਿੱਚ ਲੇਅਰਿੰਗ ਦੀ ਮਦਦ ਦੇ ਨਾਲ ਜ਼ਿਆਦਾ ਗ੍ਰੀਨ ਪਲਾਂਟਸ ਜਿਹੜੇ ਹੈਗੇ, ਜਿਨ੍ਹਾਂ ਦੀਆਂ ਸਟੈਮਸ ਜਿਹੜੀਆਂ ਹੈਗੀਆਂ ਸੌਫਟ ਹੋਣ, ਤਾਂ ਜੋ ਉਹਨਾਂ ਨੂੰ ਖਿੱਚ ਕੇ ਜ਼ਮੀਨ ਦੇ ਵਿੱਚ ਫਿੱਟ ਕੀਤਾ ਜਾ ਸਕੇ, ਠੀਕ ਹੈ। ਸੋ ਇਹਦੇ 'ਚ ਕੀ ਕੀਤਾ ਜਾਂਦਾ ਹੈਗਾ, ਸਟੈਮ ਬ੍ਰਾਂਚ ਜਿਹੜੀ ਹੈਗੀ ਹੈ ਪ੍ਰੋਪੀਗੇਸ਼ਨ ਦੇ ਲਈ ਚੂਜ਼ ਕੀਤੀ ਜਾਂਦੀ ਹੈ। ਉਹ ਪਲਾਂਟ ਪੇਰੈਂਟ ਪਲਾਂਟ ਦੇ ਨਾਲ ਹੀ ਲੱਗੀ ਰਹਿੰਦੀ ਹੈ। ਦੇਖੋ ਪੇਰੈਂਟ ਪਲਾਂਟ 'ਤੇ ਲੱਗੇ ਨਾ ਟਾਹਣੀਆਂ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਉਹਨਾਂ ਦੇ ਉੱਪਰੋਂ ਥੋੜ੍ਹੀ ਥੋੜ੍ਹੀ ਬਾਰਕ ਉਤਾਰ ਕੇ ਨਾ, ਨੰਗੀਆਂ ਕਰਕੇ ਟਾਹਣੀਆਂ, ਉਹਨਾਂ ਨੂੰ ਜ਼ਮੀਨ ਦੇ ਵਿੱਚ ਲਗਾ ਦੇਣਾ ਹੈਗਾ, ਠੀਕ ਹੈ। ਸੋ ਇਹ ਗਰਾਊਂਡ ਲੇਅਰਿੰਗ ਕਹਿੰਦੇ ਆ ਇਹਨੂੰ ਆਪਾਂ, ਹੈ ਨਾ। ਸੋ ਬੈਂਡ ਹੋਣੀ ਚਾਹੀਦੀ ਹੈ ਸਟੈਮ ਜਿਹੜੀ ਹੈਗੀ ਹੈ ਸੋਇਲ ਪੋਰਸ਼ਨ ਦੇ ਅੰਦਰ। ਸਮੇਂ ਪਾ ਕੇ ਕੀ ਹੈ, ਜਿੱਥੋਂ ਜਿੱਥੋਂ ਤੁਸੀਂ ਉਹ ਬਾਰਕ ਉਤਾਰੀ ਸੀ ਨਾ ਅਤੇ ਮਿੱਟੀ ਦੇ ਵਿੱਚ ਦੱਬੀਆਂ ਸੀਗੀਆਂ ਉਹ ਟਾਹਣੀਆਂ, ਉੱਥੇ ਕੀ ਹੈ ਰੂਟਸ ਨਿਕਲ ਆਉਣੀਆਂ ਨੇ, ਠੀਕ ਹੈ ਜੀ। ਸੋ ਲੀਵਸ ਵਗੈਰਾ ਜਿਹੜੇ ਹੈਗੇ ਉਸ ਪੋਰਸ਼ਨ ਦੇ ਉਤਾਰ ਦਿੱਤੇ ਜਾਂਦੇ ਆ। ਅਤੇ ਕੁਛ ਕੇਸਿਸ ਦੇ ਵਿੱਚ ਨਾ ਲੇਅਰਿੰਗ ਕੀਤੀ ਜਾਂਦੀ ਹੈ, ਠੀਕ ਹੈ। ਕੁਛ ਕੇਸਿਸ ਦੇ ਵਿੱਚ ਜਿਹੜੀ ਲੇਅਰਿੰਗ ਕੀਤੀ ਜਾਂਦੀ ਹੈ ਨਾ, ਉਹ ਹਵਾ ਦੇ ਵਿੱਚ ਹੀ ਲੱਗੀ ਰਹਿੰਦੀ ਹੈ ਬ੍ਰਾਂਚ, ਉਹਨੂੰ ਜ਼ਮੀਨ ਦੇ ਅੰਦਰ ਨਹੀਂ ਕਰਨਾ ਪੈਂਦਾ, ਹੈ ਨਾ। ਇਹਦੀਆਂ ਵੀ ਡਾਇਗਰਾਮਸ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ +2 ਦੀ ਬੁੱਕ ਹੈਗੀ ਹੈ, +2 ਦੀ ਬੁੱਕ ਤੋਂ ਮੈਂ ਤੁਹਾਨੂੰ ਇਹ ਦਿਖਾਉਂਦੀ ਹਾਂ। ਹਾਂ, ਆਹ ਦੇਖੋ, ਆਹ ਬੱਚੇ ਗ੍ਰਾਫਟਿੰਗ ਦੇ ਹੋਰ ਬਹੁਤ ਸਾਰੇ ਮੈਥਡ ਹੈ, ਤੁਹਾਨੂੰ ਤਾਂ ਹਜੇ ਹੈ ਹੀ ਕੁਛ ਨਹੀਂ ਹੈ। +2 ਦੀ ਬਾਇਓ ਦੇ ਵਿੱਚ ਬਹੁਤ ਜ਼ਿਆਦਾ ਡਿਟੇਲ 'ਚ ਹੈ। ਆਹ ਦੇਖੋ, ਜਿੱਦਾਂ ਦੀ ਕਟਿੰਗ ਥੱਲੇ ਵਾਲੇ ਪੋਰਸ਼ਨ 'ਚ ਹੈ, ਉੱਦਾਂ ਦੀ ਕਟਿੰਗ ਉੱਪਰ ਵਾਲੇ ਪੋਰਸ਼ਨ 'ਚ ਹੈ, ਤਾਂ ਹੀ ਦੋਨੋਂ ਫਿੱਟ ਹੋ ਗਏ। ਆਹ ਵੀ ਦੋਨੋਂ ਪੋਰਸ਼ਨ ਸਟੋਕ ਅਤੇ ਸਕਾਇਓਨ ਫਿੱਟ ਹੋ ਗਏ। ਆਹ ਬਡ ਗ੍ਰਾਫਟਿੰਗ ਹੈ। ਹਾਂ, ਆਹ ਟੀ ਸ਼ੇਪ ਕੱਟ ਲਗਾ ਦਿੱਤਾ ਜਾਂਦਾ ਹੈਗਾ ਸਟੋਕ 'ਚ, ਅਤੇ ਬਡ ਇੱਥੇ ਫਿੱਟ ਕਰ ਦਿੱਤੀ ਜਾਂਦੀ ਹੈ ਅਤੇ ਉੱਪਰੋਂ ਬੰਨ੍ਹ ਦਿੱਤਾ ਜਾਂਦਾ ਹੈ ਨਾ, ਠੀਕ ਹੈ ਜੀ। ਆਹ ਦੇਖੋ, ਆਹ ਲੇਅਰਿੰਗ, ਆਹ ਲੇਅਰਿੰਗ ਦੇ ਵਿੱਚ ਕੀ ਹੈਗਾ, ਠੀਕ ਹੈ, ਵੀ ਹਰ ਪੌਦਾ ਜਿਹੜਾ ਹੈਗਾ ਥੋੜ੍ਹਾ ਗਰੀਨ ਹੀ ਹੋਣਾ ਚਾਹੀਦਾ, ਸੌਫਟ ਹੋਣੀਆਂ ਚਾਹੀਦੀਆਂ ਉਹਦੀਆਂ ਬ੍ਰਾਂਚਿਸ, ਉਹ ਖਿੱਚ ਕੇ ਜ਼ਮੀਨ ਦੇ ਵਿੱਚ ਦੱਬ ਦੇਣੀਆਂ। ਸਮੇਂ ਪਾ ਕੇ ਇੱਥੋਂ ਹੀ ਰੂਟਸ ਨਿਕਲ ਆਉਣੀਆਂ। ਇਹ ਪੋਰਸ਼ਨ ਫਿਰ ਇੱਥੋਂ ਕੱਟ ਲੈਣਾ, ਜਦੋਂ ਇਹਨੂੰ ਜ਼ਮੀਨ ਦੇ ਵਿੱਚ ਬੀਜਣਾ ਤਾਂ ਬਿਲਕੁਲ ਨਵਾਂ ਪਲਾਂਟ ਨਿਕਲ ਆਉਣਾ। ਇਹ ਵੀ ਲੇਅਰਿੰਗ ਹੈ, ਪਰ ਇਹਨੂੰ ਗੁੱਟੀ ਵੀ ਕਹਿੰਦੇ ਆ। ਇਹ ਲੇਅਰਿੰਗ ਨਾ ਹਵਾ 'ਚ ਹੀ ਹੈ ਨਾ। ਇਹਦੇ 'ਚ ਪੌਦੇ ਦੀ ਬ੍ਰਾਂਚ ਨੂੰ ਨਾ ਥੱਲੇ ਜ਼ਮੀਨ ਦੇ ਵਿੱਚ ਨਹੀਂ ਗੱਡਣਾ ਪੈਂਦਾ ਹੈਗਾ, ਇਹ ਹਵਾ 'ਚ ਹੀ ਹੈ। ਇੰਨਾ ਪੋਰਸ਼ਨ ਇਹਦਾ ਬਾਰਕ ਉਤਾਰ ਕੇ, ਠੀਕ ਹੈ, ਉੱਤੋਂ ਪੋਲੀਥੀਨ ਬੈਗ ਦੇ ਨਾਲ ਕਵਰ ਕਰ ਦੇਣਾ ਹੈਗਾ, ਥੋੜ੍ਹੀ ਬਹੁਤੀ ਮਿੱਟੀ ਲਾ ਦੇਣੀ ਨਾ ਇਸ ਪੋਰਸ਼ਨ 'ਤੇ। ਸਮੇਂ ਪਾ ਕੇ ਇੱਥੇ ਰੂਟਸ ਨਿਕਲ ਆਉਣੀਆਂ। ਇਸ ਪੋਰਸ਼ਨ ਨੂੰ ਇੱਥੋਂ ਕੱਟ ਕੇ ਜਦੋਂ ਜ਼ਮੀਨ 'ਚ ਲਗਾਉਣਾ, ਨਵਾਂ ਪਲਾਂਟ ਨਿਕਲ ਆਉਣਾ। ਓਕੇ, ਇਸੇ ਤਰੀਕੇ ਦੇ ਨਾਲ ਇੱਕ ਮੈਂ ਤੁਹਾਨੂੰ ਪਹਿਲਾਂ ਪੜ੍ਹਾਉਣਾ ਹੈਗਾ, ਲੇਅਰਿੰਗ ਹੋ ਗਈ, ਬਸ ਉਸ ਤੋਂ ਬਾਅਦ ਹੀ ਆਉਣ ਲੱਗਾ ਟਿਸ਼ੂ ਕਲਚਰ ਜਾਂ ਮਾਈਕਰੋ ਪ੍ਰੋਪੀਗੇਸ਼ਨ। ਤੁਹਾਡੀ ਬੁੱਕ ਦੇ ਵਿੱਚ ਡਾਇਗਰਾਮਸ ਨਹੀਂ ਦਿੱਤੀਆਂ ਹੋਈਆਂ, ਹੈ ਨਾ, ਠੀਕ ਹੈ। ਸੋ ਆਹ ਵੀ ਦੇਖੋ, ਆਹ ਟਿਸ਼ੂ ਕਲਚਰ,
ਹੈ ਨਾ। ਪਲਾਂਟ ਦਾ ਕੋਈ ਵੀ ਪਾਰਟ ਲੈ ਕੇ ਉਹਨੂੰ ਕਿਸੇ ਵੀ ਨਿਊਟਰੀਐਂਟ ਮੀਡੀਅਮ ਦੇ ਵਿੱਚ, ਹੈ ਨਾ, ਜ਼ਿਆਦਾ ਖਾਸ ਕਰਕੇ ਨਿਊਟਰੀਐਂਟ ਮੀਡੀਅਮ ਦੇ ਵਿੱਚ ਐਗਰ ਇੱਕ ਬਹੁਤ ਇੰਪੋਰਟੈਂਟ ਸਬਸਟੈਂਸ ਹੈ, ਨਿਊਟ੍ਰੀਸ਼ਨ ਪ੍ਰੋਵਾਈਡ ਕਰਦਾ, ਠੀਕ ਹੈ। ਸੋ ਜਿਹੜੇ ਸੈਲਜ਼ ਹੈ ਜਾਂ ਟਿਸ਼ੂਜ਼ ਹੈ ਉਹ ਇੱਕ ਮਾਸ ਵਰਗਾ ਸਟਰਕਚਰ ਬਣਾ ਲੈਂਦੇ ਜਿਹਨੂੰ ਕਿ ਕੈਲਸ ਕਹਿੰਦੇ ਹੈ। ਫਿਰ ਦੇਖਿਆ ਕੈਲਸ ਦੇ ਵਿੱਚੋਂ ਦੀ ਐਂਬਰੀਓ ਛੋਟੇ ਛੋਟੇ ਬੱਚੇ ਬਣ ਗਏ, ਉਹਨਾਂ ਬੱਚਿਆਂ ਤੋਂ ਛੋਟੇ ਛੋਟੇ ਪਲਾਂਟਸ ਬਣ ਗਏ। ਇਹਨਾਂ ਪਲਾਂਟਸ ਨੂੰ ਇੱਥੋਂ ਕੱਢ ਕੇ ਫਿਰ ਜਦੋਂ ਤੁਸੀਂ ਜ਼ਮੀਨ 'ਤੇ ਉਗਾਓਗੇ ਨਵੇਂ ਪਲਾਂਟ ਨਿਕਲ ਆਉਣਗੇ। ਦਿਸ ਇਜ਼ ਮਾਈਕਰੋ ਪ੍ਰੋਪੇਗੇਸ਼ਨ ਔਰ ਟਿਸ਼ੂ ਕਲਚਰ। ਇੱਕ ਵਾਰੀ ਮੈਂ ਬੋਲ ਦੇਣੀ ਆ ਜਿੱਦਾਂ ਤੁਸੀਂ ਯਾਦ ਕਰਨਾ। ਦਿਸ ਇਜ਼ ਦਾ ਲੇਟੈਸਟ ਮੈਥਡ ਹੈਗਾ ਆਫ ਅਬਟੇਨਿੰਗ ਦਾ। ਇਹ ਕੁਐਸਚਨ ਮੈਂ ਇਸ ਨੋਟਬੁੱਕ ਤੋਂ ਕਿਉਂ ਕਰਾ ਰਹੀ ਹਾਂ ਕਿਉਂਕਿ ਤੁਹਾਡੀ ਬੁੱਕ ਦੇ ਵਿੱਚ ਇੰਨੀ ਜ਼ਿਆਦਾ ਡਿਟੇਲ ਨਹੀਂ ਹੈ। ਕੱਲ੍ਹ ਨੂੰ ਜਦੋਂ ਮੈਂ ਇਸ ਲੈਸਨ ਦੇ ਕੁਐਸਚਨ ਭੇਜਣੇ ਆ ਨਾ, ਸਮਝ ਗਏ, ਤਾਂ ਫਿਰ ਤੁਸੀਂ ਇਹੀ ਯਾਦ ਕਰਨਾ ਨਾ, ਤੁਹਾਡੇ ਲਈ ਸੌਖਾ ਹੋ ਜਾਏਗਾ। ਇਹ ਲੇਟੈਸਟ ਮੈਥਡ ਹੈਗਾ। ਬਹੁਤ ਸਾਰੇ ਪਲਾਂਟਲੈਟਸ ਓਬਟੇਨ ਕੀਤੇ ਜਾ ਸਕਦੇ ਆ ਟਿਸ਼ੂ ਕਲਚਰ ਤੋਂ। ਇਹ ਮੈਥਡ ਜਿਹੜਾ ਹੈਗਾ, ਠੀਕ ਆ, ਕਾਹਦੇ ਉੱਤੇ ਬੇਸਡ ਹੈਗਾ ਕਿ ਟਿਸ਼ੂਜ਼ ਜਾਂ ਸੈੱਲ ਕਲਚਰ ਲੈਣਾ ਹੈਗਾ, ਹੈ ਨਾ। ਸੈੱਲ ਟਿਸ਼ੂ ਜਾਂ ਔਰਗਨ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਕੀਤਾ ਜਾਂਦਾ, ਇੱਕ ਫਲਾਸਕ ਦੇ ਵਿੱਚ, ਆ ਜਿਵੇਂ ਮੈਂ ਟੈਸਟ ਟਿਊਬ ਦੇ ਵਿੱਚ ਤੁਹਾਨੂੰ ਦੱਸਿਆ, ਹੈ ਨਾ, ਉਹਦੇ 'ਚ ਸੁਟੇਬਲ ਨਿਊਟਰੀਐਂਟ ਮੀਡੀਅਮ ਪਾਉਣਾ ਹੈਗਾ ਬੜੀ ਤੇਜ਼ੀ ਦੇ ਨਾਲ, ਠੀਕ ਹੈ। ਉਸ ਸਟੈਮ ਜਾਂ ਸੈਲਸ ਜਾਂ ਟਿਸ਼ੂ ਦੇ ਟੁਕੜਿਆਂ ਤੋਂ ਇੱਕ ਮਾਸ ਆਫ ਸੈੱਲ ਬਣ ਜਾਏਗਾ ਜਿਹਨੂੰ ਕਹਿੰਦੇ ਕੈਲਸ। ਕੈਲਸ ਜਿਹੜਾ ਹੈਗਾ ਇੱਕ ਹੋਰ ਮੀਡੀਅਮ ਦੇ ਵਿੱਚ ਤੁਸੀਂ ਟਰਾਂਸਫਰ ਕਰ ਦੇਣਾ, ਉੱਥੇ ਛੋਟੇ ਛੋਟੇ ਪਲਾਂਟਲੈਟਸ ਨਿਕਲ ਆਉਣੇ ਆ। ਉਹ ਪਲਾਂਟਲੈਟਸ ਜਿਹੜੇ ਹੈਗੇ ਜਦੋਂ ਥੋੜ੍ਹੇ ਜਿਹੇ ਵੱਡੇ ਹੋ ਜਾਣੇ ਆ ਤੁਸੀਂ ਉਹਨਾਂ ਨੂੰ ਮਿੱਟੀ ਦੇ ਵਿੱਚ ਬੀਜ ਦੇਣਾ ਹੈਗਾ, ਠੀਕ ਹੈ। ਸੋ ਹੋਰ ਕੀ ਕਰਨਾ ਪੈਂਦਾ, ਕਲਚਰ ਮੀਡੀਅਮ ਦੇ ਵਿੱਚ ਲਗਾਤਾਰ ਹੋਰਮੋਨਸ ਪ੍ਰੋਵਾਈਡ ਕਰਨੇ ਪੈਂਦੇ ਜਿਵੇਂ ਕਿ ਸਾਈਟੋਕਾਈਨਿਨਸ। ਇਹ ਟੈਕਨੀਕ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਔਰਚਿਡਸ, ਡੇਲੀਆ, ਇੱਦਾਂ ਦੇ ਪਲਾਂਟਸ, ਖਾਸ ਤੌਰ 'ਤੇ ਜਿਹੜੇ ਔਰਨਾਮੈਂਟਲ ਪਲਾਂਟਸ ਹੈ, ਸਜਾਵਟ ਵਾਲੇ ਪਲਾਂਟਸ ਹੈ ਨਾ, ਉਹਨਾਂ ਲਈ ਕੀਤਾ ਜਾਂਦਾ ਹੈ। ਓਕੇ, ਸੋ ਉਮੀਦ ਹੈ ਇਹ ਤੁਹਾਨੂੰ ਪੂਰਾ ਫੁੱਲ ਫਲੈਜਡ ਕੁਐਸਚਨ ਜਿਹੜਾ ਹੈਗਾ ਵੈਜੀਟੇਟਿਵ ਰੀਪਰੋਡਕਸ਼ਨ ਦਾ ਵਧੀਆ ਤਰੀਕੇ ਦੇ ਨਾਲ ਸਮਝ ਆ ਗਿਆ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਨਾਓ ਬੁੱਕ ਦੇ ਅਕੋਰਡਿੰਗਲੀ, ਠੀਕ ਹੈ। ਸੋ ਇਹ ਸੈਕਸ਼ੂਅਲ ਰੀਪਰੋਡਕਸ਼ਨ ਦੇ ਸਾਰੇ ਮੈਥਡ ਹੋ ਗਏ, ਡਿਟੇਲ 'ਚ ਸਮਝਾਤੇ ਵਧੀਆ ਤਰੀਕੇ ਦੇ ਨਾਲ। ਨਾਓ ਅਗਲਾ ਤੁਹਾਡੇ ਕੋਲ ਟੋਪਿਕ ਆ ਗਿਆ ਸੈਕਸ਼ੂਅਲ ਰੀਪਰੋਡਕਸ਼ਨ, ਹੈ ਨਾ। ਸੋ ਨੇਮ ਤੋਂ ਪਤਾ ਲੱਗਦਾ ਪਿਆ ਉੱਥੇ ਸੀ ਏ ਸੈਕਸ਼ੂਅਲ, ਹੈ ਨਾ, ਬਿਨਾਂ ਸੈਕਸ ਔਰਗਨ ਤੋਂ। ਇੱਥੇ ਸੈਕਸ ਔਰਗਨ ਦੀ ਲੋੜ ਪੈਂਦੀ ਹੈ, ਮੇਲ ਐਂਡ ਫੀਮੇਲ ਦੋ ਪਾਰਟਨਰਸ ਦੀ ਲੋੜ ਪੈਂਦੀ ਹੈ, ਹੈ ਨਾ, ਠੀਕ ਹੈ। ਸੋ ਜਿੱਦਾਂ ਮੈਂ ਤੁਹਾਨੂੰ ਸਮਝਾਇਆ ਕਿ ਇਹ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਕੀ ਹੈ ਕਿ ਸੇਮ ਉੱਦਾਂ ਦੇ ਹੀ ਬੱਚੇ ਪੈਦਾ ਹੁੰਦੇ ਜਿੱਦਾਂ ਦੇ ਕਿ ਪੇਰੈਂਟਸ ਹੁੰਦੇ ਆ, ਪਰ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ, ਠੀਕ ਹੈ, ਇਸ ਤਰ੍ਹਾਂ ਨਹੀਂ ਹੋਏਗਾ, ਡਿਫਰੈਂਸਿਸ ਹੋਣਗੇ, ਹੈ ਨਾ। ਸੋ ਇਹ ਸੈਕਸ਼ੂਅਲ ਰੀਪਰੋਡਕਸ਼ਨ ਦੀਆਂ ਥੋੜ੍ਹੀਆਂ ਕਮੀਆਂ ਵੀ ਰਹਿੰਦੀਆਂ ਜਿਹਦੇ ਕਰਕੇ ਕਿ ਸੈਕਸ਼ੂਅਲ ਰੀਪਰੋਡਕਸ਼ਨ ਦੀ ਜ਼ਰੂਰਤ ਪੈਂਦੀ ਹੈ, ਹੈ ਨਾ। ਸੋ ਕਿਉਂ ਕਹਿੰਦਾ ਵਾਈ ਦਾ ਸੈਕਸ਼ੂਅਲ ਮੋਡ ਆਫ ਰੀਪਰੋਡਕਸ਼ਨ, ਹੈ ਨਾ, ਕਿਉਂ ਸੈਕਸ਼ੂਅਲ ਰੀਪਰੋਡਕਸ਼ਨ ਦੀ ਜ਼ਰੂਰਤ ਪੈਂਦੀ ਹੈ। ਹੁਣ ਦੇਖੋ ਤੁਹਾਨੂੰ ਪਹਿਲਾਂ ਵੀ ਸ਼ੁਰੂ ਦੇ ਵਿੱਚ ਹੀ ਸਮਝਾ ਦਿੱਤਾ ਵੀ DNA ਕੀ ਆਪਣੀ ਵਰਗੀਆਂ ਐਗਜ਼ੈਕਟ ਕਾਪੀਜ਼ ਪ੍ਰੋਡਿਊਸ ਕਰਦਾ, ਕਿ DNA ਹੀ ਦੀਆਂ ਦੋ ਕਾਪੀਜ਼ ਪੈਦਾ ਹੋਣ ਦੇ ਨਾਲ ਹੀ ਨਵੀਆਂ ਸਪੀਸੀਜ਼ ਬਣ ਜਾਂਦੀਆਂ। ਨਹੀਂ, ਪਾਪੂਲੇਸ਼ਨ ਦੇ ਵਿੱਚ ਵੇਰੀਏਸ਼ਨਸ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਵੇਰੀਏਸ਼ਨਸ ਦੀ ਬਹੁਤ ਇੰਪੋਰਟੈਂਸ ਹੈ ਨਾ, ਤਾਂ ਉਹ ਤਾਂ ਹੀ ਆ ਸਕਦੀਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ, ਠੀਕ ਹੈ, ਕਿ ਤੁਹਾਨੂੰ ਦੋ ਅਲੱਗ-ਅਲੱਗ ਪੇਰੈਂਟਸ ਨੇ ਪੈਦਾ ਕੀਤਾ। ਮੰਮੀ ਕਿਸੇ ਹੋਰ ਫੈਮਿਲੀ ਤੋਂ ਆਏ ਹੋਏ ਆ, ਫਾਦਰ ਕਿਸੇ ਹੋਰ ਫੈਮਿਲੀ ਤੋਂ ਆਏ, ਤਾਂ ਹੀ ਤਾਂ ਉਹਨਾਂ ਦੀ ਮੈਰਿਜ ਹੋਈ ਨਾ, ਨਹੀਂ ਤਾਂ ਭੈਣ ਭਰਾ ਹੋਣੇ ਸੀ। ਤਾਂ ਨੈਚੁਰਲੀ ਦੋਨਾਂ ਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੇ ਕ੍ਰੋਮੋਜ਼ੋਮਸ ਹੈ, ਜੀਨਸ ਹੈ। ਪਰ ਜਿਹੜਾ ਬੱਚਾ ਪੈਦਾ ਹੋਇਆ, ਹੈ ਨਾ, 23 ਕ੍ਰੋਮੋਜ਼ੋਮਸ ਜਿਹੜੇ ਸੀਗੇ ਉਹ ਮਦਰ ਵੱਲੋਂ ਆ ਗਏ, 23 ਫਾਦਰ ਵੱਲੋਂ ਆ ਗਏ, ਬੱਚੇ 'ਚ 46 ਕ੍ਰੋਮੋਜ਼ੋਮਸ ਆ ਗਏ। ਤਾਂ ਨੈਚੁਰਲੀ ਬੱਚਾ ਜਿਹੜਾ ਹੈਗਾ ਉਹ ਡਿਫਰੈਂਟ ਹੋਏਗਾ ਪੇਰੈਂਟਸ ਨਾਲੋਂ, ਦੋਨੋਂ ਪੇਰੈਂਟਸ ਨਾਲੋਂ ਮਿਲਦਾ ਜੁਲਦਾ ਹੋਏਗਾ ਪਰ ਡਿਫਰੈਂਟ ਹੋਏਗਾ। ਸੋ ਸਿੱਧੀ ਜਿਹੀ ਗੱਲ ਹੈ ਕਿ ਵੇਰੀਏਸ਼ਨਸ ਆਈਆਂ। ਸੋ ਵੇਰੀਏਸ਼ਨਸ ਬਹੁਤ ਜ਼ਿਆਦਾ ਜ਼ਰੂਰੀ ਹੈ, ਇਸ ਕਰਕੇ, ਠੀਕ ਹੈ, ਸੈਕਸ਼ੂਅਲ ਰੀਪਰੋਡਕਸ਼ਨ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਦੂਸਰੀ ਗੱਲ, ਇਹਦੇ 'ਚ ਸਪੀਸੀਜ਼ ਦਾ ਜਿਹੜਾ ਸਰਵਾਈਵਲ ਹੈਗਾ ਨਾ ਉਹ ਸ਼ੋਰ ਹੈ ਨਾ, ਕੋਈ ਖਤਰਾ ਨਹੀਂ ਆ। ਸਪੀਸੀਜ਼ ਜਿਹੜੀਆਂ ਹੈਗੀਆਂ ਅੱਗੇ ਤੋਂ ਅੱਗੇ ਡਿਵੈਲਪ ਕਰਨਗੀਆਂ, ਹੈ ਨਾ, ਠੀਕ ਹੈ। ਸੋ ਕੀ ਹੈ ਕਿ ਅਸੀਂ ਨਵੇਂ ਜਦੋਂ DNA ਦੋ ਤਰ੍ਹਾਂ ਦੇ ਕੰਬਾਈਨ ਤਾਂ ਕਰ ਲਏ, ਪਰ ਇਹਦੇ 'ਚ ਕੁਛ ਪ੍ਰੋਬਲਮਸ ਇਹਦੇ 'ਚ ਵੀ ਆ ਜਾਂਦੀਆਂ ਹੈਗੀਆਂ ਨੇ, ਹੈ ਨਾ, ਕਿ ਹੁਣ ਅਸੀਂ ਨਵੀਂ ਜਨਰੇਸ਼ਨ ਪੈਦਾ ਕੀਤੀ ਹੈ, ਉਹਦੇ ਵਿੱਚ DNA ਕਾਪੀਜ਼ ਜਿਹੜੀਆਂ ਹੈਗੀਆਂ ਨੇ, ਹੈ ਨਾ, ਦੋ ਤਰ੍ਹਾਂ ਦੇ DNA ਜਿਹੜੇ ਹੈਗੇ ਇੰਡੀਵਿਜੂਅਲਸ ਦੇ ਆ ਗਏ ਹੈ। ਹੁਣ ਜਿਹੜੀ ਨਵੀਂ, ਇਹਦੇ ਨਾਲ ਕੀ ਹੋ ਜਾਏਗਾ ਕਿ DNA ਦੀ ਅਮਾਊਂਟ ਡਬਲ ਹੋਣ ਦੇ ਨਾਲ ਹੀ, ਠੀਕ ਹੈ, ਬਸ ਕਿ ਕੀ ਜਨਰੇਸ਼ਨ ਜਿਹੜੀ ਨਵੀਂ ਜਨਰੇਸ਼ਨ ਪੈਦਾ ਹੋ ਜਾਏਗੀ, ਹੈ ਨਾ, ਠੀਕ ਹੈ। ਸੋ ਪਰ ਇਸ ਤਰੀਕੇ ਦੇ ਨਾਲ ਨਹੀਂ ਹੈ। ਹਰ ਇੱਕ ਜਨਰੇਸ਼ਨ ਜਿਹੜੀ ਹੈਗੀ ਹੈ DNA ਨੂੰ ਤਾਂ ਡਬਲ ਕਰਦੀ ਹੈ। ਇਹਦੇ ਨਾਲ ਤਾਂ ਬਸ ਫਿਰ DNA ਡਬਲ ਹੋ ਹੀ ਜਾਏਗਾ, ਹੋਰ ਤਾਂ ਕੁਛ ਨਹੀਂ ਹੋਣਾ ਹੈਗਾ, ਹੈ ਨਾ। ਇਸ ਲਈ ਕੀ ਹੈ, ਠੀਕ ਹੈ। ਸੋ ਔਰਗੈਨਿਜ਼ਮਸ ਜਿਹੜੇ ਹੈਗੇ ਬਹੁਤ ਜ਼ਿਆਦਾ ਕੰਪਲੈਕਸ ਹੈ। ਤੁਹਾਨੂੰ ਪਤਾ ਉਹਨਾਂ ਦੇ ਅੰਦਰ ਟਿਸ਼ੂਜ਼ ਦੀ ਕੰਪਲੈਕਸੀਸਿਟੀ ਵੱਧਦੀ ਜਾ ਰਹੀ ਹੈ ਨਾ, ਠੀਕ ਹੈ। ਬਹੁਤ ਸਾਰੇ ਮਲਟੀ ਸੈਲੂਲਰ ਜਿਹੜੇ ਔਰਗੈਨਿਜ਼ਮਸ ਹੁੰਦੇ ਆ ਜਿਹੜੇ ਜ਼ਿਆਦਾ ਸੈਲਸ ਦੇ ਬਣੇ ਹੁੰਦੇ ਆ, ਹੈ ਨਾ, ਠੀਕ ਹੈ। ਸੋ ਉਹਨਾਂ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਆ ਜਾਂਦੀ, ਕਿਉਂਕਿ ਕੀ ਹੈ ਕਿ ਜੇਕਰ ਸਿਰਫ ਕ੍ਰੋਮੋਜ਼ੋਮ ਡਬਲ ਨਹੀਂ ਹੋਣਾ ਚਾਹੀਦਾ, ਹੈ ਨਾ, ਠੀਕ ਹੈ। ਸੋ ਮੈਂ ਇੱਥੇ ਤੁਹਾਨੂੰ ਥੋੜ੍ਹਾ ਲਿਖ ਕੇ ਦਿਖਾਉਂਦੀ ਹਾਂ ਕਿ ਵੀ ਦੇਖੋ ਬੱਚੇ, ਅਸੀਂ ਜਿਹੜੇ ਆ ਨਾ ਖੁਦ ਇੰਡੀਵਿਜੂਅਲ ਇਸ ਟਾਈਮ ਡਬਲ ਆ, ਹੈ ਨਾ, ਠੀਕ ਹੈ ਨਾ, ਡਬਲ ਆ ਨਾ, ਮਤਲਬ ਕਿ ਮੇਲ, ਹੈ ਨਾ, ਅਤੇ ਕ੍ਰੋਸ ਕੀਤਾ ਕਿਹਦੇ ਨਾਲ, ਫੀਮੇਲ ਦੇ ਨਾਲ,
है ना। ठीक है, सो मेल ਜਿਹੜਾ ਹੈਗਾ ਠੀਕ ਹੈ ਉਹਦਾ ਸੈਕਸ ਔਰਗਨ ਹੈਗਾ ਟੈਸਟਿਸ। ਇਹ ਅੱਗੇ ਜਾ ਕੇ ਡਿਟੇਲ ਜਾਣਾ, ਸਮਝਦੇ ਪਏ ਹੋ ਹੈ ਨਾ। ਆਨਲਾਈਨ ਕਲਾਸ 'ਚ ਮੈਂ ਤੁਹਾਨੂੰ ਪੁੱਛਣਾ ਫੀਮੇਲ ਦਾ ਸੈਕਸ ਔਰਗਨ ਹੈਗਾ ਓਵਰੀ, ਹੈ ਨਾ। ਠੀਕ ਹੈ, ਸੋ ਕੀ ਹੈ ਟੈਸਟਿਸ ਜਿਹੜੀ ਹੈਗੀ ਹੈ ਉਹ ਜਰਮ ਸੈਲਸ ਉਹਦੇ ਅੰਦਰ ਹੁੰਦੇ ਹੈ। ਇਹ ਤੁਹਾਨੂੰ ਇੱਥੇ ਟੌਪਿਕ ਦੇ ਵਿੱਚ ਲਿਖਿਆ ਹੋਇਆ, ਮੈਂ ਤਾਂ ਹੁਣ ਤੁਹਾਨੂੰ ਸ਼ਾਰਟਕਟ ਕਰਕੇ ਸਮਝਾਉਣਾ ਨਾ। ਜਰਮ ਸੈਲਸ ਹੁੰਦੇ ਬੱਚੇ ਟੈਸਟਿਸ ਦੇ ਅੰਦਰ। ਮੇਲ ਦਾ ਸੈਕਸ ਔਰਗਨ ਕੀ ਹੈ ਟੈਸਟਿਸ, ਫੀਮੇਲ ਦਾ ਸੈਕਸ ਔਰਗਨ ਕੀ ਹੈ ਓਵਰੀ, ਹੈ ਨਾ। ਮੈਂ ਕੀ ਕਿਹਾ ਸੀ ਸੈਕਸ਼ੂਅਲ ਰਿਪਰੋਡਕਸ਼ਨ ਪੜ੍ਹਦੇ ਪਏ, ਇੱਕ ਮੇਲ ਚਾਹੀਦਾ ਇੱਕ ਫੀਮੇਲ ਚਾਹੀਦੀ ਹੈ। ਟੈਸਟਿਸ ਦੇ ਅੰਦਰ ਜਰਮ ਸੈੱਲ, ਓਵਰੀ ਦੇ ਅੰਦਰ ਜਰਮ ਸੈੱਲ, ਅਤੇ ਉਹਨਾਂ ਨੇ ਗੈਮੀਟਸ ਪ੍ਰੋਡਿਊਸ ਕਰਨੇ ਹੈ। ਠੀਕ ਹੈ, ਸੋ ਗੈਮੀਟਸ ਕੌਣ ਹੁੰਦੇ ਆ ਬੰਦੇ ਦੇ ਅੰਦਰ, ਬੰਦੇ ਦੀ ਜਿਹੜਾ ਸੈਕਸ ਔਰਗਨ ਹੈ ਟੈਸਟਿਸ ਕਿਹੜੇ ਗੈਮੀਟਸ ਪ੍ਰੋਡਿਊਸ ਕਰਦਾ, ਸਪਰਮ। ਠੀਕ ਹੈ, ਜਦ ਕਿ ਫੀਮੇਲ ਜਿਹੜੀ ਹੈਗੀ ਹੈ ਨਾ ਉਹਦੀ ਓਵਰੀ, ਉਹਦਾ ਸੈਕਸ ਔਰਗਨ ਕੀ ਹੈ ਓਵਰੀ, ਉਹ ਕਿਹੜੇ ਗੈਮੀਟਸ ਪ੍ਰੋਡਿਊਸ ਕਰਦਾ, ਓਵਮ ਔਰ ਐਗ। ਸਮਝਦੇ ਪਏ ਗੱਲ ਨੂੰ, ਹੈ ਨਾ। ਮੇਲ ਜਿਹੜਾ ਹੈਗਾ ਹੁਣ ਖੁਦ ਡਿਪਲੋਇਡ ਹੈ, ਸਮਝਦੇ ਪਏ 2n ਕ੍ਰੋਮੋਜ਼ੋਮ ਨੰਬਰ ਹੈ। ਫੀਮੇਲ ਵੀ ਦੇ ਅੰਦਰ ਵੀ 2n ਕ੍ਰੋਮੋਜ਼ੋਮ ਨੰਬਰ ਹੈ ਨਾ, 46 ਗੱਲ ਸਮਝ ਗਏ ਹੋ ਨਾ। ਅਤੇ ਪਰ ਬੱਚੇ ਜਿਹੜਾ ਬੱਚਾ ਪੈਦਾ ਹੋਣਾ ਉਹਦੇ ਅੰਦਰ 46 ਕ੍ਰੋਮੋਜ਼ੋਮ ਨਹੀਂ ਨਾ ਹੋ ਸਕਦਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੋਇਆ ਹਿਊਮਨ ਬੀਇੰਗ ਦਾ ਕ੍ਰੋਮੋਜ਼ੋਮ ਨੰਬਰ ਕਿੰਨਾ ਹੈਗਾ 46। ਠੀਕ ਹੈ ਨਾ, ਹਿਊਮਨ ਬੀਇੰਗ ਦਾ ਕ੍ਰੋਮੋਜ਼ੋਮ ਨੰਬਰ ਕਿੰਨਾ 46। ਅਤੇ ਜੇ ਮਦਰ ਵੱਲੋਂ ਵੀ 46 ਕ੍ਰੋਮੋਜ਼ੋਮ ਆ ਗਏ, ਫਾਦਰ ਵੱਲੋਂ ਵੀ 46 ਕ੍ਰੋਮੋਜ਼ੋਮ ਆ ਗਏ, ਤਾਂ ਫਿਰ ਤਾਂ ਇਨਸਾਨ ਦੇ ਬੱਚੇ ਦੇ ਅੰਦਰ ਤਾਂ 92 ਕ੍ਰੋਮੋਜ਼ੋਮ ਹੋ ਜਾਣਾ। ਪਰ ਇੱਦਾਂ ਥੋੜ੍ਹੀ ਹੁੰਦਾ, ਇਨਸਾਨ ਦਾ ਬੱਚਾ, ਇਨਸਾਨ ਦੇ ਬੱਚੇ ਦੇ ਅੰਦਰ 46 ਕ੍ਰੋਮੋਜ਼ੋਮ ਹੀ ਆਣੇ। ਇਹਨੂੰ ਧਿਆਨ ਨਾਲ ਸਮਝ ਲਓ, ਇਹ ਅੱਗੇ ਜਾ ਕੇ ਤੁਹਾਨੂੰ ਟੌਪਿਕ ਆ ਨਾ ਸੈਕਸ ਡਿਟਰਮੀਨੇਸ਼ਨ ਦਾ ਵੀ। ਹੋ ਸਕਦਾ ਇੱਥੇ ਅਲੱਗ ਟੌਪਿਕ ਨਾ ਦਿੱਤਾ ਹੋਵੇ, ਪਰ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਸੈਕਸ ਡਿਟਰਮੀਨੇਸ਼ਨ ਦਾ, ਹੈ ਨਾ। ਹਿਊਮਨ ਬੀਇੰਗ 'ਚ ਤੋਂ ਇੱਦਾਂ ਹੀ ਡਿਟਰਮੀਨ ਕਰਨਾ ਹੈਗਾ। ਸੋ ਚਾਹੇ ਮੇਲ ਕੋਲ ਵੀ ਡਬਲ ਕ੍ਰੋਮੋਜ਼ੋਮ ਹੈ, ਫੀਮੇਲ ਕੋਲ ਵੀ ਡਬਲ ਕ੍ਰੋਮੋਜ਼ੋਮ ਹੈ, ਕਿਉਂਕਿ ਇਹ ਵੀ ਤਾਂ ਆਪਣੇ ਮੰਮੀ ਡੈਡੀ ਤੋਂ ਆਏ ਆ ਨਾ। ਪਰ ਜਿਹੜਾ ਨਵਾਂ ਬੱਚਾ ਪੈਦਾ ਹੋਏਗਾ, ਸਪਰਮ ਜਿਹੜੇ ਹੋਣਗੇ ਉਹਦੇ 'ਚ ਅੱਧੇ ਕ੍ਰੋਮੋਜ਼ੋਮਸ ਜਾਣਗੇ n। ਇੱਦਾਂ ਹੀ ਜਿਹੜਾ ਐਗ ਹੋਏਗਾ ਮਦਰ ਵੱਲੋਂ ਆਏਗਾ ਉਹਦੇ 'ਚ ਵੀ ਅੱਧੇ ਕ੍ਰੋਮੋਜ਼ੋਮ ਜਾਣਗੇ n 23 ਤਾਂ ਜੋ ਜਿਹੜਾ ਕੱਲ੍ਹ ਨੂੰ ਬੱਚਾ ਪੈਦਾ ਹੋਏਗਾ ਉਹ ਫਿਰ ਤੋਂ ਦੁਬਾਰਾ ਡਬਲ ਕ੍ਰੋਮੋਜ਼ੋਮਸ ਵਾਲਾ ਪੈਦਾ ਹੋਏਗਾ 23 46। ਕਿਉਂਕਿ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਹੈ, ਇਨਸਾਨਾਂ ਦੇ ਅੰਦਰ ਕ੍ਰੋਮੋਜ਼ੋਮ ਨੰਬਰ ਜਿਹੜਾ ਹੈਗਾ ਉਹ ਕੀ ਹੁੰਦਾ 46 ਹੁੰਦਾ। ਸਮਝ ਕੇ ਗੱਲ ਨੂੰ, ਤੁਹਾਨੂੰ ਇੱਥੇ ਬੜੀ ਇੰਪੋਰਟੈਂਟ ਗੱਲ ਪਤਾ ਲੱਗ ਗਈ। ਮੇਲ ਉਹਨਾਂ ਦਾ ਸੈਕਸ ਔਰਗਨ, ਅਤੇ ਉਹਨਾਂ ਦਾ ਸੈਕਸ ਔਰਗਨ ਕੀ ਪ੍ਰੋਡਿਊਸ ਕਰਦਾ ਕਿਹੜਾ ਗਮੀਟਸ, ਸਪਰਮ ਮੋਟਾਈਲ ਹੁੰਦੇ ਆ, ਓਵਮ ਜਿਹੜੇ ਹੈਗੇ ਆ ਨੋਨ ਮੋਟਾਈਲ ਹੁੰਦੇ ਆ। ਕਿਉਂਕਿ ਤੁਹਾਨੂੰ ਵੀ ਪਤਾ, ਤੁਸੀਂ ਵੀ ਇਸ ਨੇਚਰ ਦੇ ਵਿੱਚ ਰਹਿੰਦੇ ਹੋ, ਫੀਮੇਲਸ ਪ੍ਰੈਗਨੈਂਟ ਹੁੰਦੀਆਂ। ਸੋ ਓਵਮ ਜਿਹੜਾ ਹੁੰਦਾ ਉਹ ਨੋਨ ਮੋਟਾਈਲ ਹੁੰਦਾ, ਹੈ ਨਾ, ਫੀਮੇਲ ਦੇ ਅੰਦਰ ਹੀ ਰਹਿੰਦਾ। ਸਪਰਮ ਆਉਂਦਾ, ਠੀਕ ਹੈ ਨਾ, ਫਿਰ ਜਾਈਗੋਟ ਬਣਦਾ, ਠੀਕ ਹੈ ਨਾ, ਫਿਰ ਬੱਚੇ ਦਾ ਜਨਮ ਹੁੰਦਾ। ਤਾਂ 46 ਕ੍ਰੋਮੋਜ਼ੋਮਸ ਆ ਗਏ। ਓਕੇ, ਸੋ ਸੈਕਸ਼ੂਅਲ ਰਿਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ, ਹੈ ਨਾ। ਹਿਊਮਨ ਬੀਇੰਗ ਦੇ ਵਿੱਚ ਸਮਝ ਆ ਗਈ ਸੈਕਸ਼ੂਅਲ ਰਿਪਰੋਡਕਸ਼ਨ, ਹੈ ਨਾ। ਹਜੇ ਤਾਂ ਕੁਛ ਵੀ ਨਹੀਂ ਕੀਤਾ, ਹਜੇ ਤਾਂ ਡਿਟੇਲ ਦੇ ਵਿੱਚ ਅਸੀਂ ਮੇਲ ਫੀਮੇਲ ਦੇ ਰੀਪਰੋਡਕਟਿਵ ਪਾਰਟ ਕਰਨੇ। ਪਹਿਲਾਂ ਹੁਣ ਫਲਾਵਰ ਦੀ ਗੱਲ ਕਰ ਲਈਏ। ਸਾਰੇ ਬੱਚਿਆਂ ਨੇ ਫਲਾਵਰ ਦੇਖਿਆ ਹੋਇਆ, ਬਹੁਤ ਇੰਪੋਰਟੈਂਟ 5 ਮਾਰਕਸ ਦਾ ਕੁਐਸਚਨ ਹੈ। ਲੌਂਗੀਟਿਊਡਨਲ ਸੈਕਸ਼ਨ ਹੈ, ਫਲਾਵਰ ਨੂੰ ਸਿੱਧਾ ਪਕੜ ਕੇ ਅਸੀਂ ਲੈਂਥ ਵਾਈਜ਼ ਇਸ ਤਰ੍ਹਾਂ ਉਹਨੂੰ ਕੱਟ ਕਰ ਦਿੱਤਾ, ਅੰਦਰੋਂ ਦੀ ਫਲਾਵਰ ਸਾਨੂੰ ਇੱਦਾਂ ਦਾ ਨਜ਼ਰ ਆਇਆ। ਸੈਪਲਸ, ਠੀਕ ਹੈ ਜੀ, ਸੈਪਲਸ, ਪੈਟਲਸ ਹਰ ਬੱਚੇ ਨੂੰ ਪਤਾ ਹੋਣੀਆਂ, ਜਿਹੜੀਆਂ ਕਲਰਫੁਲ ਪੱਤੀਆਂ ਹੁੰਦੀਆਂ ਉਹਨਾਂ ਨੂੰ ਪੈਟਲਸ ਕਹਿੰਦੇ ਆ, ਹੈ ਨਾ। ਮੇਲ ਪਾਰਟ ਸਟੇਮਨ, ਠੀਕ ਹੈ ਜੀ, ਸਟੇਮਨ ਦੇ ਵਿੱਚ ਜਿਹੜੀ ਡੰਡੀ ਹੁੰਦੀ ਹੈ, ਆ ਦੇਖੋ ਕਿੰਨੇ ਸਾਰੇ ਸਟੇਮਨ, ਡੰਡੀ ਨੂੰ ਫਿਲਾਮੈਂਟ ਕਹਿੰਦੇ ਆ, ਅਤੇ ਉੱਪਰ ਜਿਹੜਾ ਮੋਟਾ ਪਾਰਟ ਹੁੰਦਾ ਜਿਹਦੇ 'ਚ ਪੋਲਨ ਗ੍ਰੇਨਸ ਪ੍ਰੋਡਿਊਸ ਹੁੰਦੇ ਉਹਨੂੰ ਐਂਥਰ ਕਹਿੰਦੇ ਆ। ਓਕੇ, ਫੀਮੇਲ ਪਾਰਟ ਸਟਿਗਮਾ, ਸਟਾਈਲ, ਓਵਰੀ। ਫੀਮੇਲ ਪਾਰਟ ਨੂੰ ਉੱਦਾਂ ਪਿਸਟਲ ਕਹਿੰਦੇ ਆ, ਫੁੱਲ ਦੇ ਫੀਮੇਲ ਪਾਰਟ ਨੂੰ। ਇਹਨੂੰ ਹੁਣ ਹਿਊਮਨ ਬੀਇੰਗ ਨਾਲ ਕੰਪੇਅਰ ਨਹੀਂ ਕਰਨਾ, ਜਿੱਥੇ ਮੈਂ ਟੈਸਟਿਸ ਗਿਆ ਹੀ ਹਾਂ, ਓਵਰੀ ਕਹਿਤੀ ਹੈ, ਉਹ ਉਹਨਾਂ ਦੇ ਵਿੱਚ ਹੁੰਦਾ ਹਿਊਮਨ ਬੀਇੰਗ ਦੇ ਵਿੱਚ। ਓਕੇ, ਫਲਾਵਰ ਜਿਹੜਾ ਹੈਗਾ, ਠੀਕ ਹੈ, ਸੋ ਉਹਦੇ ਮੇਲ ਪਾਰਟ ਨੂੰ ਕਹਿੰਦੇ ਆ ਸਟੇਮਨ, ਫੀਮੇਲ ਪਾਰਟ ਨੂੰ ਕੀ ਕਹਿੰਦੇ ਆ ਪਿਸਟਲ। ਸਟੇਮਨ ਵੀ ਅੱਗੋਂ 2 ਤਰ੍ਹਾਂ ਦਾ ਸੀ, ਫਿਲਾਮੈਂਟ ਅਤੇ ਐਂਥਰ, ਠੀਕ ਹੈ। ਪਿਸਟਲ ਜਿਹੜਾ ਸੀਗਾ ਸਟਿਗਮਾ, ਸਟਾਈਲ, ਓਵਰੀ। ਆਹ ਓਵਰੀ, ਅੱਗੇ ਫਿਰ ਡਿਟੇਲ ਦੇ ਵਿੱਚ ਦੱਸਾਂਗੇ ਕਿ ਓਵਰੀ ਦੇ ਅੰਦਰ ਕੀ ਹੁੰਦਾ। ਕੱਲ੍ਹ ਨੂੰ ਸਾਰੇ ਫਲਾਵਰ ਦੇ ਬਾਕੀ ਫੁੱਲ ਦੇ ਪਾਰਟ ਤਾਂ ਝੜ ਜਾਣੇ ਆ, ਠੀਕ ਹੈ। ਜਿਹੜੀ ਓਵਰੀ ਹੈਗੀ ਆ ਇਹਨੇ ਹੀ ਪੱਕ ਕੇ ਫਰੂਟ ਬਣਨਾ, ਅਤੇ ਉਹਦੇ ਅੰਦਰ ਜਿਹੜੇ ਅਵਿਊਲਸ ਹੋਣਗੇ ਨਾ, ਛੋਟੇ ਛੋਟੇ ਐਗ ਹੋਣਗੇ, ਉਹ ਸੀਡ ਬਣ ਜਾਂਦੇ ਹੈ। ਸਮਝਦੇ ਪਏ ਹੋ, ਠੀਕ ਹੈ। ਸੋ ਜੇਕਰ ਕੋਈ ਪੁੱਛੇ ਤੁਹਾਨੂੰ ਐਂਜੀਓਸਪਰਮਸ, ਹੈ ਨਾ, 9th ਕਲਾਸ 'ਚ ਪੜ੍ਹਾਇਆ ਹੋਣਾ। ਐਂਜੀਓਸਪਰਮ ਉਹ ਪਲਾਂਟਸ ਹੁੰਦੇ ਆ ਜਿਨ੍ਹਾਂ ਨੂੰ ਫੁੱਲ ਲੱਗਦੇ ਆ। ਇਸ ਕਰਕੇ ਨੈਚੁਰਲੀ ਐਂਜੀਓਸਪਰਮਸ ਦਾ ਜੇਕਰ ਮੈਂ ਰੀਪਰੋਡਕਟਿਵ ਪਾਰਟ ਪੁੱਛਾਂ ਜਾਂ ਮੈਂ ਪਲਾਂਟ ਦਾ ਰੀਪਰੋਡਕਟਿਵ ਪਾਰਟ ਪੁੱਛਾਂ, ਤਾਂ ਹਰ ਬੱਚੇ ਨੂੰ ਆਨਸਰ ਆਉਣਾ ਚਾਹੀਦਾ ਫਲਾਵਰ ਦੇ ਕਹਿੰਦਾ ਤੁਸੀਂ ਪਾਰਟਸ ਪੜ੍ਹੇ ਹੋਏ ਆ। ਸੈਪਲ ਛੋਟੀਆਂ ਕਲਾਸਾਂ 'ਚ ਹੀ ਆ ਜਾਂਦਾ, ਪੈਟਲਸ, ਸਟੇਮਨ ਅਤੇ ਕਾਰਪਲਸ। ਓਕੇ,
ਪਿਸਟਲ ਨੂੰ ਹੋਰ ਕੀ ਕਹਿ ਸਕਦੇ ਹਾਂ, ਕਾਰਪਲ ਵੀ ਕਹਿ ਸਕਦੇ ਹਾਂ। ਘਬਰਾ ਨਹੀਂ ਜਾਣਾ ਵੀ ਹੁਣ ਆਹ ਕੀ ਨਾਮ ਆ ਗਿਆ। ਓਕੇ, ਫੀਮੇਲ ਪਾਰਟ ਨੂੰ ਕਾਰਪਲ ਵੀ ਕਹਿੰਦੇ ਆ ਤੇ ਪਿਸਟਲ ਵੀ ਕਹਿੰਦੇ ਆ, ਹੈ ਨਾ। ਸਟੇਮਨ ਤੇ ਕਾਰਪਲ ਰੀਪਰੋਡਕਟਿਵ ਪਾਰਟ ਹੈ, ਤੁਹਾਨੂੰ ਮੈਂ ਦੱਸ ਦਿੱਤਾ ਹੈ ਨਾ। ਇਹਨਾਂ ਦੇ ਅੰਦਰ ਜਰਮ ਸੈਲਸ ਪ੍ਰੈਜ਼ੈਂਟ ਹੁੰਦੇ ਆ, ਹੈ ਨਾ। ਸੈਪਲ ਤੇ ਪੈਟਲ ਦਾ ਵੀ ਫੰਕਸ਼ਨ ਹੈ। ਫਲਾਵਰ ਜਿਹੜਾ ਹੈਗਾ, ਠੀਕ ਹੈ ਨਾ, ਉਹ ਹੁਣ ਯੂਨੀਸੈਕਸ਼ੁਅਲ ਵੀ ਹੋ ਸਕਦਾ। ਇਸ ਗੱਲ ਨੂੰ ਧਿਆਨ ਨਾਲ ਸਮਝ ਲਓ। ਮਤਲਬ ਇੱਕ ਫੁੱਲ ਦੇ ਅੰਦਰ ਜਾਂ ਤਾਂ ਤੁਹਾਨੂੰ ਮੇਲ ਸੈਕਸ ਔਰਗਨ ਹੀ ਮਿਲਣਗੇ ਜਾਂ ਫਿਰ ਤੁਹਾਨੂੰ ਫੀਮੇਲ ਸੈਕਸ ਔਰਗਨ ਹੀ ਮਿਲਣਗੇ। ਇੱਦਾਂ ਦੇ ਫਲਾਵਰਾਂ ਨੂੰ ਕਹਿੰਦੇ ਆ ਯੂਨੀਸੈਕਸ਼ੁਅਲ। ਆਹ ਯੂਨੀਸੈਕਸ਼ੁਅਲ ਫਲਾਵਰ ਨਹੀਂ ਹੈ, ਇਹ ਬਾਈਸੈਕਸ਼ੁਅਲ ਫਲਾਵਰ ਹੈਗਾ। ਬਾਈ ਮੀਨਸ ਟੂ, ਦੋਨੋਂ ਤਰ੍ਹਾਂ ਦੇ ਸੈਕਸ ਔਰਗਨ ਤੁਹਾਨੂੰ ਇਸ ਫੁੱਲ ਦੇ ਅੰਦਰ ਮਿਲਦੇ ਪਏ ਆ, ਮੇਲ ਵੀ ਤੇ ਫੀਮੇਲ ਵੀ। ਯੂਨੀਸੈਕਸ਼ੁਅਲ ਜਿਹੜੇ ਹੁੰਦੇ ਨਾ ਪਲਾਂਟਸ, ਕਿਹੜੇ ਹੁੰਦੇ, ਪਪਾਇਆ। ਤੁਸੀਂ ਬੜੀ ਵਾਰੀ ਸੁਣਿਆ ਹੋਣਾ, ਕਹਿੰਦੇ ਕਿ ਪਪੀਤੇ ਦਾ ਪਲਾਂਟ ਲਗਾਇਆ ਸੀਗਾ ਪਰ ਪਪੀਤੀ ਨਿਕਲ ਆਈ ਹੈ, ਹੈ ਨਾ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਪਪਾਇਆ, ਵਾਟਰਮੈਲਨ, ਹਦਵਾਣਾ ਜਿਹੜਾ ਹੁੰਦਾ ਉਹਦੇ 'ਚ ਵੀ ਮੇਲ ਪਲਾਂਟ ਅਲੱਗ ਹੁੰਦਾ, ਫੀਮੇਲ ਪਲਾਂਟ ਅਲੱਗ ਹੁੰਦਾ। ਓਕੇ, ਹੁਣ ਗੱਲ ਸਮਝ ਆ ਗਈ। ਉਹਨਾਂ ਨੂੰ ਕਹਿੰਦੇ ਯੂਨੀਸੈਕਸ਼ੁਅਲ। ਬਾਈਸੈਕਸ਼ੁਅਲ ਕਿਹੜੇ ਹੁੰਦੇ ਆ ਪਲਾਂਟਸ, ਜਿਨ੍ਹਾਂ ਨੂੰ ਉਹ ਫੁੱਲ ਲੱਗਦੇ ਆ ਇੱਕ ਫੁੱਲ ਦੇ ਅੰਦਰ ਦੋਨੋਂ ਸੈਕਸ ਹੈਗੇ ਆ, ਜਿਵੇਂ ਕਿ ਹਬਿਸਕਸ, ਮਸਟਰਡ। ਓਕੇ, ਇਹਦੇ 'ਚ ਸਟੇਮਨ ਪਾਰਟ ਵੀ ਹੈ ਅਤੇ ਇਹਦੇ 'ਚ ਕਾਰਪਲ ਵੀ ਹੈ, ਹੈ ਨਾ। ਸਟੇਮਨ ਮੈਂ ਪਹਿਲਾਂ ਹੀ ਦੱਸ ਦਿੱਤਾ, ਮੇਲ ਰੀਪਰੋਡਕਟਿਵ ਪਾਰਟ ਹੈ। ਬੜੇ ਇਸ ਫਲਾਵਰ 'ਚ ਖਾਸ ਕਰਕੇ ਨਜ਼ਰ ਆ ਰਿਹਾ। ਇਹਦੇ 'ਚ ਨਾ ਸਟੇਮਨ ਦੇ ਅੰਦਰ ਆ ਐਂਥਰ ਦੇ ਵਿੱਚ ਪੋਲਨ ਗ੍ਰੇਨ ਪ੍ਰੋਡਿਊਸ ਹੋਣੇ ਨਾ, ਯੈਲੋ ਕਲਰ ਦੇ ਹੁੰਦੇ। ਕਈ ਵਾਰੀ ਤੁਸੀਂ ਕੁਝ ਫੁੱਲਾਂ ਨੂੰ ਹੱਥ ਲਗਾ ਕੇ ਦੇਖੋ, ਤੁਹਾਡੇ ਹੱਥਾਂ ਦੇ ਉੱਤੇ ਪੀਲਾ ਪੀਲਾ ਪਾਊਡਰ ਲੱਗ ਜਾਏਗਾ, ਉਹ ਪੋਲਨ ਗ੍ਰੇਨਸ ਹੈਗੇ ਆ, ਹੈ ਨਾ। ਠੀਕ ਹੈ, ਕਾਰਪਲ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਫੀਮੇਲ ਪਾਰਟ ਹੁੰਦਾ, ਮੈਂ ਦੱਸ ਹੀ ਦਿੱਤਾ, ਹੈ ਨਾ। ਠੀਕ ਹੈ, ਇਹਦੇ 3 ਪਾਰਟ ਹੁੰਦੇ ਆ, ਇੱਕ ਸਵੂਲਨ ਮੋਟਾ ਪਾਰਟ ਓਵਰੀ, ਮਿਡਲ ਵਾਲਾ ਪਾਰਟ ਸਟਾਈਲ ਅਤੇ ਬਿਲਕੁਲ ਟਰਮੀਨਲ ਪਾਰਟ ਸਟਿਗਮਾ। ਓਕੇ, ਓਵਰੀ ਜਿਹੜੀ ਹੁੰਦੀ ਉਹਦੇ ਅੰਦਰ ਅਵਿਊਲਸ ਹੁੰਦੇ ਆ। ਠੀਕ ਹੈ, ਅਤੇ ਅਵਿਊਲ ਜਿਹੜਾ ਹੈਗਾ ਨਾ ਉਹਦੇ ਅੰਦਰ ਇੱਕ ਐਗ ਸੈੱਲ ਹੁੰਦਾ। ਹੁਣ ਆਹ ਡਾਇਗਰਾਮ ਦੇਖੋ, ਹੈ ਨਾ, ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ। ਇਹ ਹੁਣ ਇਕੱਲਾ ਫੀਮੇਲ ਪਾਰਟ ਦਿਖਾਇਆ, ਹੈ ਨਾ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਿਊਮਨ ਬੀਂਗ ਦੇ ਵਿੱਚ ਵੀ ਮੇਲ ਫੀਮੇਲ ਦੀ ਲੋੜ ਪੈਂਦੀ ਹੈ, ਤਾਂ ਫਿਰ ਇਹ ਵੀ ਤਾਂ ਫੁੱਲਾਂ ਦੇ ਵਿੱਚ ਵੀ ਤਾਂ ਸੈਕਸ਼ੂਅਲ ਰੀਪਰੋਡਕਸ਼ਨ ਹੋ ਰਹੀ ਹੈ। ਆ ਗਏ ਪੋਲਨ ਗ੍ਰੇਨ, ਮੇਲ ਤੋਂ ਕੀ ਆ ਗਏ, ਪੋਲਨ ਗ੍ਰੇਨ ਆ ਗਏ, ਉਹਨਾਂ 'ਚੋਂ ਪੋਲਨ ਟਿਊਬ ਨਿਕਲ ਆਈ ਹੈ। ਇਹਨੂੰ ਚੰਗੀ ਤਰ੍ਹਾਂ ਸਮਝ ਲਓ। ਠੀਕ ਹੈ ਜੀ, ਪੋਲਨ ਟਿਊਬ ਨਿਕਲ ਆਈ ਨਾ, ਓਵਰੀ ਦੇ ਅੰਦਰ ਬੱਚੇ ਆ ਅਵਿਊਲ ਪ੍ਰੈਜ਼ੈਂਟ ਸੀਗਾ, ਅਤੇ ਅਵਿਊਲ ਦੇ ਅੰਦਰ ਇੱਥੇ ਪ੍ਰੈਜ਼ੈਂਟ ਹੈ ਫੀਮੇਲ ਜਰਮ ਸੈੱਲ। ਹੁਣ ਸਿਰਫ ਫੀਮੇਲ ਪਾਰਟ ਵੱਲ ਧਿਆਨ ਦਿਓ, ਓਵਰੀ ਦੇ ਅੰਦਰ ਅਵਿਊਲ ਦੇ ਅੰਦਰ ਬਹੁਤ ਸਾਰੇ ਫੀਮੇਲ ਜਰਮ ਸੈੱਲਸ ਓਕੇ ਪ੍ਰੈਜ਼ੈਂਟ ਹੁੰਦੇ ਆ। ਮੇਲ ਜਰਮ ਸੈੱਲਸ ਪੋਲਨ ਟਿਊਬ ਦੇ ਥਰੂ ਆਉਂਦੇ ਆ, ਫੀਮੇਲ ਜਰਮ ਸੈੱਲ ਦੇ ਨਾਲ ਆ ਕੇ ਫਿਊਜ਼ ਕਰ ਜਾਂਦੇ ਆ। ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਫਰਟੀਲਾਈਜੇਸ਼ਨ। ਇਹਦੇ ਵੀ ਤੁਹਾਨੂੰ ਕੁਐਸਚਨ ਹੋਣਗੇ। ਅਤੇ ਇਹ ਫਰਟੀਲਾਈਜੇਸ਼ਨ ਦੇ ਨਤੀਜੇ ਵਜੋਂ ਕੀ ਬਣ ਗਿਆ, ਜਾਈਗੋਟ, ਹੈ ਨਾ। ਠੀਕ ਹੈ, ਸੋ ਪੋਲਨਸ ਜਿਹੜੇ ਹੈਗੇ ਆ, ਠੀਕ ਹੈ, ਸੋ ਹੁਣ ਅਤੇ ਇਸ ਪ੍ਰੋਸੈਸ ਨੂੰ ਕੀ ਕਹਿੰਦੇ ਆ ਕਿ ਪੋਲਨ ਗ੍ਰੇਨਸ ਜਿਹੜੇ ਹੈਗੇ ਆ ਕੇ ਸ਼ੈੱਡ ਕਰ ਗਏ ਆ ਫੀਮੇਲ ਪਾਰਟ ਦੇ ਉੱਤੇ, ਸਟਿਗਮਾ ਦੇ ਉੱਤੇ ਸ਼ੈੱਡ ਕਰ ਗਏ ਆ। ਇਹਨੂੰ ਕਹਿੰਦੇ ਪੋਲੀਨੇਸ਼ਨ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੋਲੀਨੇਸ਼ਨ ਦਾ ਹੋਏਗਾ, ਤੁਹਾਨੂੰ ਭੇਜਾਂਗੀ ਰਿਟਨ 'ਚ। ਓਕੇ, ਅੱਛਾ, ਹੁਣ ਬੱਚੇ ਜੇਕਰ ਇੱਕ ਫੁੱਲ ਦੇ ਅੰਦਰ ਹੀ ਮੇਲ ਪਾਰਟ ਵੀ ਸੀਗਾ ਅਤੇ ਫੀਮੇਲ ਪਾਰਟ ਵੀ ਸੀਗਾ, ਹੈ ਨਾ, ਸੋ ਉਸੇ ਫੁੱਲ ਦੇ ਅੰਦਰ ਹੀ ਪੋਲਨ ਗ੍ਰੇਨਸ ਸ਼ੈੱਡ ਹੋ ਗਏ ਆ ਫੀਮੇਲ ਪਾਰਟ ਦੇ ਉੱਤੇ, ਸੇਮ ਫਲਾਵਰ ਦੇ ਅੰਦਰ। ਇਹਨੂੰ ਕਹਿੰਦੇ ਆ ਸੈਲਫ ਪੋਲੀਨੇਸ਼ਨ, ਹੈ ਨਾ। ਅੱਛਾ, ਪਰ ਜੇਕਰ ਠੀਕ ਹੈ ਫੁੱਲ ਅਲੱਗ-ਅਲੱਗ ਪਲਾਂਟਸ ਦੇ ਉੱਤੇ ਲੱਗੇ ਹੋਏ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਪਪੀਤੇ ਦੇ ਕੇਸ ਦੇ ਵਿੱਚ ਮੇਲ ਪਲਾਂਟ ਅਲੱਗ ਸੀ, ਫੀਮੇਲ ਪਲਾਂਟ ਅਲੱਗ ਸੀ, ਹੈ ਨਾ। ਤਾਂ ਮੇਲ ਪਲਾਂਟ ਤੋਂ ਫੀਮੇਲ ਪਲਾਂਟ ਦੇ ਉੱਪਰ ਗਏ, ਹੈ ਨਾ, ਕਿਉਂਕਿ ਦੋਨੋਂ ਫੁੱਲ ਅਲੱਗ-ਅਲੱਗ ਪਲਾਂਟ ਨੂੰ ਲੱਗੇ ਹੋਏ ਸੀ, ਹੈ ਨਾ। ਇਹਨੂੰ ਕਹਿੰਦੇ ਆ ਕ੍ਰੋਸ ਪੋਲੀਨੇਸ਼ਨ। ਤਾਂ ਨੈਚੁਰਲੀ ਬੱਚੇ ਕ੍ਰੋਸ ਪੋਲੀਨੇਸ਼ਨ ਕਰਾਉਣ ਦੇ ਲਈ ਸਾਨੂੰ ਹਵਾ, ਪਾਣੀ, ਜਾਨਵਰਾਂ ਦੀ ਜ਼ਰੂਰਤ ਪੈਂਦੀ ਹੈ, ਉਹ ਲੈ ਕੇ ਜਾਂਦੇ ਆ ਪੋਲਨ ਗ੍ਰੇਨ। ਓਕੇ, ਬਾਕੀ ਸਾਰਾ ਤੁਹਾਨੂੰ ਸਮਝ ਆ ਗਿਆ। ਪੋਲਨ ਟਿਊਬ ਨਿਕਲ ਆਈ ਹੈ, ਉਹ 'ਚ ਮੇਲ ਗਮੀਟ ਆ ਗਏ, ਜਾਈਗੋਟ ਬਣ ਗਿਆ, ਫਰਟੀਲਾਈਜੇਸ਼ਨ ਹੋ ਗਈ ਹੈ। ਜਾਈਗੋਟ ਤੋਂ ਹੁਣ ਬੱਚੇ ਕੀ ਬਣ ਜਾਣਾ, ਅਵਿਊਲ ਦੇ ਅੰਦਰ ਐਂਬਰੀਓ, ਹੈ ਨਾ। ਸੋ ਅਵਿਊਲ ਦੇ ਆਲੇ ਦੁਆਲੇ ਟਫ ਕੋਟਸ ਪ੍ਰੈਜ਼ੈਂਟ ਹੁੰਦੀਆਂ ਨੇ, ਠੀਕ ਹੈ, ਜਿਹੜੀਆਂ ਕਿ ਬਾਅਦ ਦੇ ਵਿੱਚ ਸੀਡਸ ਬਣ ਜਾਂਦੀਆਂ। ਮੈਂ ਪਿੱਛੇ ਵੀ ਦੱਸਿਆ ਸੀ, ਅਵਿਊਲ ਨੇ ਸੀਡ ਬਣ ਜਾਣਾ, ਫੁੱਲ ਦੇ ਬਾਕੀ ਸਾਰੇ ਪਾਰਟਸ ਜਿਹੜੇ ਹੈਗੇ ਆ ਉਹ ਝੜ ਜਾਣੇ ਆ, ਹੈ ਨਾ। ਸੋ ਓਵਰੀ ਜਿਹੜੀ ਹੈਗੀ ਆ ਉਹਨੇ ਫਰੂਟ ਬਣ ਜਾਣਾ, ਜਿਹੜਾ ਇਹਦੇ ਅੰਦਰ ਪੂਰਾ ਅਵਿਊਲ ਸੀਗਾ ਉਹਨੇ ਸੀਡ ਬਣ ਜਾਣਾ, ਅਤੇ ਸੀਡ ਦੇ ਅੰਦਰ ਛੋਟਾ ਜਿਹਾ ਹੋਏਗਾ ਐਂਬਰੀਓ, ਜਿਹੜਾ ਕਿ ਫਿਰ ਜਦੋਂ ਤੁਸੀਂ ਸੀਡਸ ਹੀ ਬੀਜਦੇ ਹਾਂ ਅਸੀਂ ਜ਼ਮੀਨ ਦੇ ਅੰਦਰ ਕਿ ਨਵਾਂ ਪਲਾਂਟ ਨਿਕਲ ਆਉਂਦਾ। ਆਹ ਦੇਖੋ, ਆਹ ਤੁਹਾਨੂੰ ਸੀਡਸ ਦਿਖਾਏ ਹੋਏ ਆ, ਆਹ ਸੀਡਸ ਦੀਆਂ ਕੋਟਸ ਹੈਗੀਆਂ ਨੇ, ਦੇਖੋ ਕਿੰਨਾ ਕੁਛ ਹੈ। ਓਵਰੀ ਦੇ ਅੰਦਰ ਅਵਿਊਲ ਦੇ ਅੰਦਰ ਕੀ ਬਣ ਗਿਆ, ਅਵਿਊਲ ਹੀ ਸੀਡ ਬਣ ਗਿਆ। ਹੁਣ ਇੱਦਾਂ ਦਾ ਬਣ ਗਿਆ ਅਵਿਊਲ, ਹੈ ਨਾ। ਓਵਰੀ ਫਰੂਟ ਬਣ ਚੁੱਕੀ ਹੈ। ਇਹਦੀਆਂ 2 ਪਰਤਾਂ ਹੁੰਦੀਆਂ ਕੋਟੀਲੇਡਨਸ, ਠੀਕ ਹੈ ਜੀ। ਸਮੇਂ ਪਾ ਕੇ ਜਦੋਂ ਤੁਸੀਂ ਇਹਨੂੰ ਜ਼ਮੀਨ ਦੇ ਵਿੱਚ ਬੀਜਣਾ, ਇਹ ਕੱਟਿਆ ਹੋਇਆ, ਇਹ ਸੀਡ ਨੂੰ ਕੱਟ ਦਿੱਤਾ ਹੋਇਆ, ਥੱਲੋਂ ਦੀ ਰੈਡੀਕਲ ਮਤਲਬ ਕਿ ਰੂਟਸ ਨਿਕਲ ਆਉਣੀਆਂ ਨਵੇਂ ਪਲਾਂਟ ਦੀਆਂ, ਅਤੇ ਆਹ ਪਲਿਊਮਿਊਲ ਮਤਲਬ ਸ਼ੂਟ ਨਿਕਲ ਆਉਣੀ ਹੈ, ਅਤੇ ਦੇਖੋ ਨਵਾਂ ਪਲਾਂਟ ਨਿਕਲ ਆਇਆ। ਸੋ ਇੱਥੇ ਤੱਕ ਤੁਸੀਂ ਇਹਨੂੰ ਸੁਣਨਾ, ਫਿਰ ਅਸੀਂ ਡਿਟੇਲ 'ਚ ਪੜ੍ਹਨੀ ਹੈ
ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ। ਅੱਜ ਤੁਹਾਨੂੰ ਥੋੜ੍ਹਾ ਜਿਹਾ ਸੈਕਸ਼ੂਅਲ ਰੀਪਰੋਡਕਸ਼ਨ ਦੇ ਬਾਰੇ 'ਚ ਦੱਸਿਆ ਅਤੇ ਸੈਕਸ਼ੂਅਲ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ ਪੜ੍ਹਾ ਦਿੱਤੀ ਹੈ। ਫਿਰ ਅਸੀਂ ਪੜ੍ਹਾਂਗੇ ਰੀਪਰੋਡਕਸ਼ਨ ਇਨ ਹਿਊਮਨ ਬੀਇੰਗਸ, ਜਿਹਦੇ ਵਿੱਚ ਤੁਸੀਂ ਮੇਲ ਰੀਪਰੋਡਕਟਿਵ ਪਾਰਟ ਅਤੇ ਫੀਮੇਲ ਰੀਪਰੋਡਕਟਿਵ ਪਾਰਟ 5 ਮਾਰਕਸ ਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇੱਥੇ ਤੱਕ ਵੀਡੀਓ ਨੂੰ ਸੁਣੋ, ਸੋ ਧਿਆਨ ਦੇ ਨਾਲ ਵੀਡੀਓਜ਼ ਨੂੰ ਦੇਖਿਆ ਕਰੋ। ਪਤਾ ਨਹੀਂ ਕੀ ਮੈਸੇਜ ਪੁੱਛ ਰਹੇ ਆ ਮੈਨੂੰ ਕਰਕੇ ਕਿ ਵੀ ਮੈਡਮ ਤੁਸੀਂ ਵੀਡੀਓ ਸੈਂਡ ਕਰਤੀ, ਮੈਨੂੰ ਸਮਝ ਨਹੀਂ ਆਉਂਦੀ ਵੀ ਗਰੁੱਪ 'ਚ ਦੇਖਦੇ ਨਹੀਂ ਹੈ ਵੀਡੀਓ ਆਈ ਕਿ ਨਹੀਂ ਆਈ। ਸੋ ਧਿਆਨ ਦੇ ਨਾਲ ਦੇਖਿਆ ਕਰੋ।